ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਈ ਜਾਮਨੀ ਸਤਿਗੁਰੂ ਬੈਠੇ ਸੈਨ ਸਥਾਨ। ਸ੍ਰੀ ਗੁਜਰੀ ਤਬ ਆਨ ਕਰ ਕੀਨਸ ਬਿਨੈ ਬਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਵਾਲੇ ਹੋ, ਮਹਾਰਾਜ ਦਾ ਇਤਿਹਾਸ ਪ੍ਰੇਮ ਨਾਲ ਰੋਜ਼ ਸਰਵਣ ਕਰ ਰਹੇ ਹੋ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰਾਜਾ ਬਿਸ਼ਨ ਸਿੰਘ ਦੀ ਬੇਨਤੀ ਪਹੁੰਚੀ ਹੈ। ਮਹਾਰਾਜ ਕਿਰਪਾ ਕਰੋ, ਸਾਡੇ ਨਾਲ ਅਸਾਮ ਦੇਸ਼ ਕਾਮਰੂਪ ਦੇਸ਼ ਵੱਲ ਚੱਲੋ। ਤੇ ਸਤਿਗੁਰੂ ਜੀ ਨੇ ਤਿਆਰੀਆਂ ਵੀ ਕਰ ਲਈਆਂ ਹਨ, ਕਿਉਂਕਿ ਰਾਜੇ ਨੂੰ ਭੈ ਸੀ ਕਿ ਜੇ ਮੈਂ ਕਾਮਰੂਪ ਦੇਸ਼ 'ਤੇ ਹਮਲਾ ਕਰਾਂਗਾ, ਉੱਧਰ ਦੀਆਂ ਜਾਦੂਗਰਨੀਆਂ ਜਾਦੂਗਰੀ ਨਾਲ ਮੇਰਾ ਨੁਕਸਾਨ ਕਰਨਗੀਆਂ। ਆਪਣੇ ਜਾਦੂ ਟੂਣੇ ਨਾਲ ਮੇਰੀ ਫੌਜ ਨੂੰ ਤਬਾਹ ਕਰ ਦੇਣਗੀਆਂ, ਜਿਵੇਂ ਮੇਰੇ ਦਾਦੇ ਰਾਜੇ ਮਾਨ ਸਿੰਘ ਨੂੰ ਕੀਤਾ ਸੀ। ਸੋ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੋਈ ਸੂਰਮਾ ਉੱਧਰ ਜਾਣ ਦੀ ਜੁਰਤ ਨਹੀਂ ਕਰ ਸਕਿਆ। ਰਾਜਾ ਬਿਸ਼ਨ ਸਿੰਘ ਨੂੰ ਆਪਣੇ ਪੜਦਾਦੇ ਜਾਂ ਦਾਦੇ ਦੀ ਥਾਂ 'ਤੇ ਜਾਣਾ ਪਿਆ ਹੈ। ਉਸ ਨੇ ਹੁਣ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਓਟ ਆਸਰਾ ਲਿਆ। ਮਹਾਰਾਜ ਪਟਨੇ ਸਾਹਿਬ ਵਿੱਚ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਉੱਥੇ ਹੀ ਠਹਿਰੋ, ਅਸੀਂ ਆ ਰਹੇ ਹਾਂ। ਆਪ ਜੀ ਨੂੰ ਨਾਲ ਲੈ ਕੇ ਅਸੀਂ ਕਾਮਰੂਪ ਦੇਸ਼ ਵੱਲ ਜਾਵਾਂਗੇ। ਸਤਿਗੁਰੂ ਜੀ ਉੱਧਰ ਇੱਕ ਤਾਂ ਰਾਜੇ ਦੀ ਬੇਨਤੀ ਮੰਨ ਕੇ ਗਏ ਹਨ, ਇੱਕ ਉੱਧਰ ਦੇ ਜਿਹੜੇ ਪ੍ਰੇਮੀ ਸਿੱਖ ਗੁਰੂ ਸਾਹਿਬ ਨੂੰ ਉਡੀਕ ਰਹੇ ਸਨ, ਉਹਨਾਂ ਉੱਤੇ ਵੀ ਕਿਰਪਾ ਦ੍ਰਿਸ਼ਟੀ ਕਰਨੀ ਸੀ, ਉਹਨਾਂ ਨੂੰ ਵੀ ਦਰਸ਼ਨ ਦੇਣੇ ਸਨ। ਸੋ ਉਸ ਦੇਸ਼ ਵੱਲ ਚਰਨ ਪਾਏ ਹਨ। ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਈ ਜਾਮਨੀ ਸਤਿਗੁਰੂ ਰਾਤ ਹੋਈ ਹੈ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸੈਨ ਸਥਾਨ। ਕਹਿੰਦੇ ਜਿੱਥੇ ਸਤਿਗੁਰੂ ਜੀ ਰਾਤ ਨੂੰ ਸੁਖ ਲੈਂਦੇ ਆਪਣੇ ਸਥਾਨ ਤੇ ਬੈਠੇ ਹਨ। ਸ੍ਰੀ ਗੁਜਰੀ ਤਬ ਆਨ ਕਰ ਮਾਤਾ ਗੁਜਰੀ ਜੀ ਕੋਲ ਆਏ ਹਨ। ਕੀਨਸ ਬਿਨੈ ਬਖਾਨ। ਹੱਥ ਜੋੜ ਕੇ ਮਾਤਾ ਗੁਜਰੀ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਦੇ ਹਨ। ਚੌਪਈ। ਸ੍ਰੀ ਪ੍ਰਭ ਹੇਤ ਤੀਰਥਨ ਆਏ। ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਤਾਂ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਚੱਲੇ ਸੀ। ਮੁਰਪਿਤ ਪੂਰਵ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ। ਆਪ ਜੀ ਤੀਰਥਾਂ ਦੇ ਚਰਨ ਪਾਉਣ ਵਾਸਤੇ ਚਾਲਾ ਪਾਇਆ ਸੀ। ਰਾਵਰ ਕੀ ਸੰਗਤ ਸਭ ਥਾਏ। ਮਹਾਰਾਜ ਆਪ ਜੀ ਦੀਆਂ ਸੰਗਤਾਂ ਸਭ ਥਾਂ ਤੇ ਵਸਦੀਆਂ ਨੇ, ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਦੇਸ਼ਾਂ ਵਿੱਚ, ਪ੍ਰਦੇਸ਼ਾਂ ਵਿੱਚ। ਆਪ ਜੀ ਨੂੰ ਮੰਨਣ ਵਾਲੇ ਗੁਰਸਿੱਖ ਬੈਠੇ ਹਨ। ਆਪਣੋ ਦੇਸ਼ ਛੋੜ ਕਰ ਆਏ। ਉਹਨਾਂ ਸਿੱਖਾਂ ਦੇ ਪਿਆਰ ਦੇ ਬੱਧੇ ਹੋਏ ਉਹਨਾਂ ਸਿੱਖਾਂ ਨੂੰ ਦਰਸ਼ਨ ਦੇਣ ਵਾਸਤੇ ਹੇ ਸਤਿਗੁਰੂ ਮਹਾਰਾਜ ਜੀ ਆਪਣਾ ਪੰਜਾਬ ਦੇਸ਼ ਛੱਡ ਕੇ ਇੱਧਰ ਬਿਹਾਰ ਦੇਸ਼ ਵਿੱਚ ਆ ਗਏ ਹੋ। ਬੀਚ ਵਿਦੇਸ਼ਨ ਆਨ ਬਸਾਏ। ਇਹ ਪ੍ਰਦੇਸ਼ ਹੈ ਸਾਡੇ ਵਾਸਤੇ, ਪੰਜਾਬੀਆਂ ਵਾਸਤੇ। ਪੰਜਾਬ ਦੇਸ਼ ਆਪਣਾ ਇਲਾਕਾ ਛੱਡ ਕੇ, ਆਪਣੀ ਬੋਲੀ ਛੱਡ ਕੇ, ਆਪਣੇ ਲੋਕ ਛੱਡ ਕੇ ਇਹ ਪੂਰਬ ਦੇ ਵਿੱਚ ਮਹਾਰਾਜ ਪਟਨੇ ਵਿੱਚ ਆ ਵਸੇ ਹਾਂ। ਸਭ ਕੋ ਤਿਆਗ ਇਕਾਕੀ ਚਲੇ। ਆਪ ਜੀ ਆਪਣਾ ਪਰਿਵਾਰ, ਆਪਣੇ ਸ਼ਰੀਕੇ ਭਾਈਚਾਰੇ ਸਭ ਨੂੰ ਛੱਡ ਕੇ ਇਕੱਲੇ ਹੀ ਇੱਧਰ ਆ ਗਏ ਹੋ। ਕਿਉਂ ਭਾਵਤ ਇਹੋ ਨਾਹਿਨ ਭਲੇ। ਹੇ ਮਹਾਰਾਜ, ਇਹ ਆਪ ਜੀ ਨੂੰ ਕਿਉਂ ਚੰਗਾ ਲੱਗਾ ਹੁਣ ਸਾਨੂੰ ਇੱਥੇ ਪਟਨੇ 'ਚ ਛੱਡ ਕੇ ਇਕੱਲਿਆਂ ਨੂੰ ਆਪ ਅੱਗੇ ਅਸਾਮ ਦੇਸ਼ ਨੂੰ ਜਾਣਾ ਚਾਹੁੰਦੇ ਹੋ। ਮਹਾਰਾਜ ਅਸੀਂ ਕਿਹਦੇ ਸਹਾਰੇ 'ਤੇ ਰਵਾਂਗੇ। ਆਪ ਜੀ ਸਾਨੂੰ ਕੱਲਿਆਂ ਨੂੰ ਛੱਡ ਕੇ ਨਾ ਜਾਓ। ਵਿਚਰੋ ਆਪ ਦੂਰ ਕਿਸ ਥਾਨ। ਸਾਨੂੰ ਇੱਥੇ ਛੱਡ ਕੇ ਮਹਾਰਾਜ ਸਾਨੂੰ ਵਿਛੋੜਾ ਦੇ ਕੇ ਦੂਰ ਦੇਸ਼ ਤੇ ਵਿਚਰੋਗੇ। ਚਹਿਦ ਇਕਾਕੀ ਕਰਿਓ ਪਿਆਨ। ਤੇ ਇਕੱਲੇ ਹੀ ਆਪ ਅਸਾਮ ਦੇਸ਼ ਵੱਲ ਜਾਣਾ ਚਾਹੁੰਦੇ ਹੋ ਸਤਿਗੁਰੂ ਜੀ। ਸਗਲੇ ਦੇਸ਼ ਪ੍ਰਭਾਵ ਤੁਮਾਰਾ। ਇਹ ਮਹਾਰਾਜ ਸਾਰੇ ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਆਪ ਜੀ ਦਾ ਪ੍ਰਭਾਵ ਹੈ। ਕੋਹਿ ਦਾਸ ਤਰ ਭਾਵ ਉਦਾਰਾ।
ਬੜੇ ਪ੍ਰੇਮੀ ਲੋਕ ਆਪ ਦੇ ਚਰਨਾਂ ਦੇ ਸਿੱਖ ਹਨ, ਪ੍ਰੇਮੀ ਹਨ, ਔਰ ਨਵੇਂ ਤੋਂ ਨਵੇਂ ਸਿੱਖ ਆਪ ਜੀ ਨੂੰ ਮਿਲਦੇ ਹਨ, ਗੁਰੂ ਕੇ ਸਿੱਖ ਬਣਦੇ ਹਨ। ਜਹ ਕਹਿ ਮਾਨਨੀय ਜਗ ਮਾਹੀ। ਆਪ ਜੀ ਸੰਸਾਰ ਦੇ ਕੋਨੇ-ਕੋਨੇ ਸਤਿਕਾਰਯੋਗ ਹੋ, ਜਿੱਥੇ ਵੀ ਜਾਓਗੇ ਲੱਖਾਂ ਹੀ ਸੰਗਤਾਂ ਆਪ ਜੀ ਦੇ ਚਰਨ ਧੋ ਧੋ ਕੇ ਪੀਣਗੀਆਂ। ਸੱਚੇ ਪਾਤਸ਼ਾਹ ਜੀਓ, ਬੰਦਨੀय ਸਭ ਦੇਸ਼ਨ ਜਾਹੀ। ਆਪ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੱਥੇ ਵੀ ਜਾਓਗੇ ਪੂਜਨੀਕ ਹੀ ਹੋਵੋਗੇ। ਬੇਅੰਤ ਸੰਗਤਾਂ, ਲੱਖਾਂ ਸੰਗਤਾਂ ਆਪ ਦੇ ਚਰਨਾਂ ਦੀ ਪੂਜਾ ਲਈ ਖੜੀਆਂ ਰਹਿੰਦੀਆਂ ਹਨ। ਤੁਮਰੇ ਕਰ ਚਿੰਤਾ ਹਮ ਕੋਇ ਨਾ। ਸਾਨੂੰ ਆਪ ਜੀ ਦੀ ਕੋਈ ਚਿੰਤਾ ਨਹੀਂ ਹੈ, ਤੁਹਾਡੇ ਕਰਕੇ ਸਾਨੂੰ ਕੋਈ ਚਿੰਤਾ ਨਹੀਂ ਹੈ। ਰਾਵਰ ਕੋ ਕੈਸੇ ਕਰ ਹੋਏ ਨਾ। ਕਿਉਂਕਿ ਆਪ ਜੀ ਦਾ ਕੋਈ ਵੀ ਕਿਸੇ ਤਰ੍ਹਾਂ ਬਾਲ ਵਿੰਗਾ ਨਹੀਂ ਕਰ ਸਕਦਾ, ਬਲਕਿ ਆਪ ਤਾਂ ਲੱਖਾਂ ਜੀਵਾਂ ਦੀ ਸਹਾਇਤਾ ਕਰਨ ਵਾਲੇ ਹੋ। ਤਉ ਵਿਚਾਰੋ ਨਿਜ ਮਨ ਮਾਨ। ਫਿਰ ਵੀ ਸੱਚੇ ਪਾਤਸ਼ਾਹ ਜੀ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖੋ। ਵਿੱਚ ਵਿਦੇਸ਼ ਏਕਲ ਚਲ ਜਾਨ। ਇੰਨੀ ਦੂਰ ਵਿਦੇਸ਼ ਵਿੱਚ ਇਕੱਲੇ ਜਾਣਾ ਠੀਕ ਨਹੀਂ ਲੱਗਦਾ। ਆਪ ਜੀ ਦੇ ਨਾਲ ਪਰਿਵਾਰ ਸੀਗਾ, ਕਿਰਪਾਲ ਚੰਦ ਮੇਰਾ ਭਰਾ ਵੀ ਨਾਲ ਸੀ, ਹੋਰ ਵੀ ਸੰਗਤਾਂ, ਤੇ ਆਪ ਸਾਨੂੰ ਸਾਰਿਆਂ ਨੂੰ ਇੱਥੇ ਛੱਡ ਕੇ ਤੇ ਆਪ ਇਕੱਲੇ ਅਸਾਮ ਦੇਸ਼ ਵੱਲ ਜਾ ਰਹੇ ਹੋ। ਰਾਵਰ ਕੀ ਜਨਨੀ ਤੋ ਸੁਨਿਓ। ਆਪ ਜੀ ਦੀ ਮਾਤਾ ਨੇ, ਮਾਤਾ ਨਾਨਕੀ ਜੀ ਨੇ ਜਦੋਂ ਸੁਣਿਆ ਹੈ, ਜਥਾ ਤੁਮਾਰੇ ਪਿਤ ਨੇ ਭਨਿਓ। ਤੁਹਾਡੇ ਪਿਤਾ ਜੀ ਗੁਰੂ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੋ ਬਚਨ ਕਰ ਗਏ ਸਨ, ਉਹ ਬਚਨ ਮਾਤਾ ਜੀ ਬਾਰ-ਬਾਰ ਦੁਹਰਾਉਂਦੇ ਰਹਿੰਦੇ ਹਨ। ਧਰਮ ਤੁਰੰਦਰ ਅਧਿਕ ਪ੍ਰਤਾਪੀ। ਛੇਵੇਂ ਪਾਤਸ਼ਾਹ ਨੇ ਬਚਨ ਕਹੇ ਸੀ ਵੀ ਬੜੇ ਧਰਮ ਤੁਰੰਤਰ, ਧਰਮ ਦੇ ਰਾਖੇ, ਪਰਮ ਪ੍ਰਤਾਪਵਾਨ, ਮਹਾਵੀਰ ਸ਼ਤਰਨ ਗਨ ਖਾਪੀ। ਮਹਾਵੀਰ ਸੂਰਬੀਰ ਯੋਧੇ ਜਿਹੜੇ ਵੈਰੀਆਂ ਦਾ ਨਾਸ਼ ਕਰਨ ਵਾਲੇ ਹੋਣਗੇ। ਰੰਕਾ ਪਤ ਪ੍ਰਕਾਸ਼ ਜਗ ਜੈਸੇ। ਉਹਨਾਂ ਦਾ ਪ੍ਰਤਾਪ ਪੂਰਨਮਾਸ਼ੀ ਦੀ ਚੰਦਰਮਾ ਦੀ ਤਰ੍ਹਾਂ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਸਾਰੇ ਪਾਸੇ ਉਹਦੀ ਰੋਸ਼ਨੀ ਪਸਰ ਜਾਂਦੀ ਹੈ, ਇਸ ਤਰ੍ਹਾਂ ਉਹਨਾਂ ਦਾ ਪ੍ਰਤਾਪ ਸਾਰੀ ਦੁਨੀਆ ਤੇ ਪਸਰੇਗਾ। ਪੁੱਤਰ ਆਪ ਕੇ ਉਪਜਹਿ ਤੈਸੇ। ਮਾਤਾ ਜੀ ਕਹਿੰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਕਹਿ ਕੇ ਗਏ ਸੀ ਵੀ ਐਸਾ ਬੱਚਾ, ਐਸਾ ਪੋਤਰਾ ਹੋਵੇਗਾ, ਤੇਗ ਬਹਾਦਰ ਦੇ ਘਰ ਪੁੱਤਰ ਹੋਵੇਗਾ ਤੇ ਸਾਡਾ ਪੋਤਰਾ ਹੋਵੇਗਾ। ਅਟਲ ਸਫਲ ਸੰਸਾ ਜਿਨ ਨਾਹੇ। ਕਹਿੰਦੇ ਗੁਰੂ ਛੇਵੇਂ ਪਾਤਸ਼ਾਹ ਦੇ ਬਚਨ ਅਟਲ ਹਨ, ਉਹਨਾਂ ਬਚਨਾਂ ਨੂੰ ਤਾਂ ਕੋਈ ਟਾਲ ਨਹੀਂ ਸਕਦਾ। ਸਫਲ ਹੋਣ ਵਾਲੇ ਬਚਨ ਹਨ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ। ਆਸ ਬਚਨ ਕ੍ਰਿਸ਼ਨ ਪਦਸ਼ਾਹੇ। ਐਸੇ ਬਚਨ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੇ ਹਨ। ਨਿਤ ਚਾਹਤ ਚਿਤ ਪੌਤਰ ਦੁਲਾਰਨ। ਤੇ ਮਾਤਾ ਜੀ, ਤੁਹਾਡੇ ਮਾਤਾ ਜੀ, ਮਾਤਾ ਨਾਨਕੀ ਜੀ, ਮੇਰੀ ਸੱਸ ਮਾਤਾ, ਉਹ ਤਾਂ ਰੋਜ਼ ਇਹੀ ਉਡੀਕ 'ਚ ਬੈਠੀ ਆ ਵੀ ਕਿਹੜੀ ਘੜੀ ਆਵੇਗੀ ਤੇ ਪੋਤਰਾ ਮੇਰੀ ਗੋਦ ਵਿੱਚ ਖੇਡੇਗਾ। ਪ੍ਰਤੀਖਨ ਕਹਿ ਬਹੁ ਬਾਰਨ। ਤੇ ਬੜੀਆਂ ਉਡੀਕਾਂ ਕਰਦੀ ਹੈ ਮਾਤਾ ਪੋਤਰੇ ਨੂੰ ਖਿਡਾਉਣ ਦੀਆਂ। ਦੀਰਘ ਦਰਸਾ ਸੋਭਿਤ ਸਾਸ। ਮੇਰੀ ਸੱਸ, ਮੇਰੀ ਮਾਤਾ, ਤੁਹਾਡੀ ਮਾਤਾ, ਮਾਤਾ ਨਾਨਕੀ ਦੀਰਘ ਦਰਸ਼ਾ ਹੈ, ਭਾਵ ਆਉਣ ਵਾਲੇ ਸਮੇਂ ਨੂੰ ਜਾਣਦੀ ਹੈ। ਜੋ ਮੁਖ ਕਹੈ ਹੋਏ ਸਫਲਾ ਸੋ। ਤੇ ਮਾਤਾ ਦੀ ਰਸਨਾ ਦੇ ਬੋਲ ਵੀ ਪੂਰੇ ਹੁੰਦੇ ਹਨ। ਮਾਤਾ ਨਾਨਕੀ ਜੋ ਵੀ ਬਚਨ ਕਰ ਦਿੰਦੇ ਨੇ, ਉਹ ਬਚਨ ਕੋਈ ਟਾਲ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਵੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਸੇਵਾ ਕੀਤੀ ਹੋਈ ਹੈ। ਭਇਓ ਸਮੈ ਸੁਤ ਹੋਵਨ ਕੇਰਾ। ਸੋ ਹੇ ਸਤਿਗੁਰੂ ਜੀ, ਉਹ ਟਾਈਮ ਵੀ ਨੇੜੇ ਆ ਰਿਹਾ ਜਦੋਂ ਆਪ ਜੀ ਦੇ ਘਰ ਪੁੱਤਰ ਨੇ ਜਨਮ ਲੈਣਾ ਹੈ। ਮੇਰੀ ਕੁੱਖ ਤੋਂ ਮਹਾਬਲੀ ਸੂਰਬੀਰ ਯੋਧੇ ਪੁੱਤਰ ਦਾ ਜਨਮ ਹੋਣਾ ਹੈ। ਇਹ ਵਰ ਮਹਾਰਾਜ ਵੱਡੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਿੱਤੇ ਹੋਏ ਹਨ। ਆਗੇ ਚਲੇ ਆਪ ਤਜ ਡੇਰਾ। ਤੇ ਆਪ ਜੀ ਸਾਨੂੰ ਛੱਡ ਕੇ ਹੁਣ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਦੂਰ ਚੱਲੇ ਹੋ। ਸੁਨ ਸ੍ਰੀ ਤੇਗ ਬਹਾਦਰ ਐਸੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਧਰਮ ਪਤਨੀ ਮਾਤਾ ਗੁਜਰੀ ਜੀ ਦੇ ਬਚਨ ਸੁਣ ਕੇ ਬੋਲੇ ਹਨ। ਪਿਤਾ ਸਰੂਪ ਧਿਆਨ ਕਰ ਤੈਸੇ। ਆਪਣੇ ਪਿਤਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਦਾ ਧਿਆਨ ਕੀਤਾ ਹੈ। ਹੱਥ ਜੋੜ ਕਰ ਬੰਧਨ ਠਾਨੀ। ਹੱਥ ਜੋੜ ਕੇ ਨਮਸਕਾਰ ਕੀਤੀ ਛੇਵੇਂ ਪਾਤਸ਼ਾਹ ਨੂੰ ਯਾਦ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਨ ਵਿੱਚ ਹੀ
ਆਪਣੇ ਪਿਤਾ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਬ੍ਰਿੰਦ ਅਰਿੰਦਮ ਬਹੁ ਬਲ ਖਾਨੀ। ਮਹਾਬਲੀ ਸੂਰਬੀਰ ਯੋਧੇ, ਵੈਰੀਆਂ ਦਾ ਨਾਸ ਕਰਨ ਵਾਲੇ, ਬਲ ਦੀ ਖਾਨ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਹੈ। ਸ੍ਰੀ ਗੁਜਰੀ ਕਹੋ ਦੀਨ ਦਿਲਾਸਾ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਯਾਦ ਕਰਕੇ ਫਿਰ ਆਪਣੀ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਇਉਂ ਦਿਲਾਸਾ ਦਿੰਦੇ ਹਨ ਗੁਰ ਬਚ ਪਰ ਰੱਖੋ ਪਰਵਾਸਾ। ਕਿ ਗੁਜਰੀ ਜੀ, ਵੱਡੇ ਸਤਿਗੁਰਾਂ ਦੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਰੱਖੋ। ਜੇ ਉਹਨਾਂ ਨੇ ਬਚਨ ਕੀਤਾ ਹੈ ਵੀ ਬੜਾ ਪ੍ਰਤਾਪੀ, ਬੜਾ ਸੂਰਮਾ, ਦੇਗ ਦਾ ਧਨੀ ਪੁੱਤਰ ਪੈਦਾ ਹੋਵੇਗਾ, ਤਾਂ ਫਿਰ ਉਡੀਕ ਕਰੋ। ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਪੂਰੇ ਹੋਣ ਵਾਲੇ ਹਨ। ਇੱਕ ਹੋ ਇਹਾਂ ਗੁਰ ਸੰਗਤ ਭਾਰੀ। ਇਸ ਕਰਕੇ ਅਸੀਂ ਤੁਹਾਨੂੰ ਨਾਲ ਵੀ ਨਹੀਂ ਲੈ ਚੱਲੇ, ਕਿਉਂਕਿ ਰਸਤੇ ਦੀ ਖੇਚਲ ਬਹੁਤ ਹੁੰਦੀ ਹੈ। ਤੁਸੀਂ ਇੱਥੇ ਪਟਨੇ ਸ਼ਹਿਰ ਵਿੱਚ ਹੀ ਨਿਵਾਸ ਰੱਖੋ, ਇੱਥੇ ਟਿਕੋ। ਇੱਥੇ ਗੁਰੂ ਦੀਆਂ ਸੰਗਤਾਂ ਬਹੁਤ ਹਨ। ਹਜ਼ਾਰਾਂ ਲੋਕ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਪਟਨੇ 'ਚ ਰਹਿੰਦੇ ਹਨ। ਉਹ ਸੇਵਾ ਕਰਨਗੇ, ਸਾਹਿਬਜ਼ਾਦਾ ਹੋਵੇਗਾ ਤੇ ਉਹਦੇ ਦਰਸ਼ਨ ਕਰਨਗੇ। ਸ਼ਕਲ ਭਾਂਤ ਤੇ ਰਹੋ ਸੁਖਾਰੀ। ਤੇ ਤੁਸੀਂ ਇੱਥੇ ਸੁੱਖ ਨਾਲ ਰਹੋਗੇ, ਇੱਥੇ ਕਿਸੇ ਤਰ੍ਹਾਂ ਦੀ ਤੁਹਾਨੂੰ ਤਕਲੀਫ ਨਹੀਂ ਹੋਵੇਗੀ। ਹਮ ਕੇਤਕ ਦਿਨ ਤੀਰਥ ਕਰ ਹੈ। ਅਸੀਂ ਹੋਰ ਕੁਝ ਦਿਨ ਅੱਗੇ ਤੀਰਥਾਂ ਦੀ ਯਾਤਰਾ ਤੇ ਜਾਵਾਂਗੇ। ਨੀਕੇ ਪੂਰਬ ਦੇ ਨਿਹਰ ਹੈ। ਔਰ ਪੂਰਬ ਦੇਸ਼, ਬੰਗਲਾਦੇਸ਼ ਤੱਕ, ਅਸਾਮ, ਕਾਂਵਰੂ ਦੇਸ਼, ਇਹ ਸਾਰਾ ਇਲਾਕਾ ਅਸੀਂ ਚੰਗੀ ਤਰ੍ਹਾਂ ਵੇਖ ਕੇ ਆਵਾਂਗੇ। ਨਿਪਜ ਬ੍ਰਿਧ ਹੋਵੇ ਕੁਲ ਕੋਟੀ ਕਾ। ਹਾਂ, ਤੁਹਾਡੇ ਪੇਟ ਤੋਂ, ਤੁਹਾਡੀ ਕੁੱਖ ਤੋਂ ਸੋਢੀ ਕੁਲ ਦਾ ਟੀਕਾ, ਸੋਢੀ ਕੁਲ ਦਾ ਤਿਲਕ ਪੈਦਾ ਹੋਵੇਗਾ। ਵਰਖ ਪੰਚ ਕੋ ਹੋਏ ਤਨ ਨੀਕਾ। ਜਦੋਂ ਉਹ 5 ਸਾਲ ਦੇ ਹੋ ਜਾਣਗੇ, ਚਲਹਾਂ ਕੁਸਲ ਸੋ ਤਬ ਨਿਜ ਦੇਸ਼। ਉਦੋਂ ਅਸੀਂ ਉਹਨਾਂ ਨੂੰ ਲੈ ਕੇ ਪੰਜਾਬ ਦੇਸ਼ ਨੂੰ ਵਾਪਸ ਮੁੜਾਂਗੇ। 5 ਸਾਲ ਸਾਹਿਬਜ਼ਾਦਾ ਇੱਥੇ ਪਟਨੇ ਦੀਆਂ ਗਲੀਆਂ ਵਿੱਚ ਖੇਡੇਗਾ, ਇੱਥੇ ਪੜੇਗਾ, ਤਗੜਾ ਹੋਵੇਗਾ। ਫਿਰ ਉਹਨੂੰ 5 ਸਾਲਾਂ ਦੇ ਨੂੰ ਅਸੀਂ ਪੰਜਾਬ ਲੈ ਚੱਲਾਂਗੇ। ਤੀਰਥ ਕਰਹਿ ਇਸ਼ਨਾਨ ਅਸ਼ੇਸ਼। ਫਿਰ ਚੱਲ ਕੇ ਇਸ਼ਨਾਨ ਕਰਾਂਗੇ, ਪੰਜਾਬ ਦੇ ਤੀਰਥਾਂ ਦੇ ਦਰਸ਼ਨ ਕਰਾਂਗੇ। ਮ੍ਰਿਦਲ ਸੁਖਦ ਇਤਿਆਦ ਉਚਾਰੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਧਰਮ ਪਤਨੀ ਪੂਜਨੀਕ ਮਾਤਾ ਜੀ ਮਾਤਾ ਗੁਜਰੀ ਜੀ ਨੂੰ ਪਿਆਰ ਦੇ ਨਾਲ ਸਮਝਾਇਆ, ਹੌਸਲਾ ਦਿੱਤਾ ਹੈ। ਧੀਰਜ ਦਈ ਲਹੋ ਸੁਖ ਸਾਰੇ। ਧੀਰਜ ਦਿੱਤਾ ਹੈ ਕਿ ਗੁਜਰੀ ਜੀ ਘਰ ਰਹਿ ਕੇ ਇੱਥੇ ਪਟਨੇ ਸਾਹਿਬ ਵਿੱਚ ਇੱਥੋਂ ਦੀਆਂ ਸੰਗਤਾਂ ਦੀ ਸੇਵਾ ਪ੍ਰਵਾਨ ਕਰੋ। ਸਾਹਿਬਜ਼ਾਦੇ ਦਾ ਜਨਮ ਹੋਵੇਗਾ ਤੇ ਸਾਹਿਬਜ਼ਾਦਾ ਸੰਗਤਾਂ ਨੂੰ ਦਰਸ਼ਨ ਦਿਆ ਕਰੇਗਾ। ਅਸੀਂ ਆਵਾਂਗੇ, ਫਿਰ ਜਦੋਂ 5 ਸਾਲ ਦੇ ਹੋ ਜਾਣਗੇ ਫਿਰ ਉਹਨਾਂ ਨੂੰ ਪੰਜਾਬ ਦੇਸ਼ ਲੈ ਚੱਲਾਂਗੇ। ਸੁਨ ਸ੍ਰੀ ਗੁਜਰੀ ਤੂਸ਼ਨ ਠਾਨੀ। ਸੁਣ ਕੇ ਮਾਤਾ ਗੁਜਰੀ ਜੀ ਚੁੱਪ ਕਰ ਰਹੇ, ਜਗ ਗੁਰ ਕੇ ਅਨੁਸਾਰ ਮਹਾਨੀ। ਕਿਉਂਕਿ ਮਾਤਾ ਗੁਜਰੀ ਜੀ ਆਪਣੇ ਪਤੀ ਜਗਤ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਦਾ ਉਲੰਘਣ ਤਾਂ ਕਰ ਨਹੀਂ ਸਕਦੇ। ਆਪਣੇ ਸਤਿਗੁਰੂ ਦੇ ਪਤੀ ਦੇ ਬਚਨਾਂ ਵਿੱਚ ਹੀ ਰਹਿਣਾ ਹੈ। ਭਾਵੇਂ ਮਨ ਜਿਹੜਾ ਹੈ ਉਹ ਖੁਸ਼ ਨਹੀਂ, ਕਿਉਂਕਿ ਖੁਸ਼ੀ ਦੀ ਘੜੀ ਆਉਣ ਵਾਲੀ ਹੈ। ਸਾਹਿਬਜ਼ਾਦੇ ਦਾ ਜਨਮ ਹੋਣਾ ਤੇ ਮਹਾਰਾਜ ਆਪ ਘਰੋਂ ਚੱਲੇ ਹਨ। ਇਸ ਕਰਕੇ ਬੇਨਤੀ ਕਰਦੇ ਵੀ ਤੁਸੀਂ ਮਹਾਰਾਜ ਇੱਥੇ ਹੀ ਠਹਿਰੋ। ਮਨ ਬਾਂਛਤ ਤਬ ਖਾਏ ਆਹਾਰਾ। ਪਰ ਹੁਣ ਸਤਿਗੁਰੂ ਦਾ ਹੁਕਮ ਜਾਣਦਾ ਹੀ ਹੈ, ਤਾਂ ਫਿਰ ਰੋਕਿਆ ਵੀ ਨਹੀਂ ਜਾ ਸਕਦਾ। ਇਸ ਤਰ੍ਹਾਂ ਮਾਤਾ ਜੀ ਸੋਚ ਕੇ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ ਹੈ। ਨਿਜ ਜਗ ਹਿੰਦੂ ਧਰਮ ਉਬਾਰਾ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਹਿੰਦੂ ਧਰਮ ਨੂੰ ਬਚਾਇਆ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਇਸ ਸੰਸਾਰ ਦੇ ਤਲ ਤੇ ਅਵਤਾਰ ਨਾ ਧਾਰਦੇ ਤਾਂ ਹਿੰਦੂ ਧਰਮ, ਸਨਾਤਨ ਧਰਮ ਜਿਹੜਾ ਹੈ ਉਹ ਦੁਨੀਆ ਤੇ ਦ੍ਰਿਸ਼ਟੀਗੋਚਰ ਹੀ ਨਾ ਹੁੰਦਾ, ਨਜ਼ਰ ਹੀ ਨਾ ਆਉਂਦਾ। ਐਸੀ ਹਾਲਾਤ ਪੈਦਾ ਹੋ ਗਈ ਸੀ ਕਿ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇवी देव देव रे संतोख सिंह दूर होते, रीत मिट जाती कथा बेदन पुराण की, श्री गुरु गोबिंद सिंह पावन परम सूर मूर्त न होती, जो पै करुणा निदान की। ऐसे सतगुरु महाराज
ਜਿਨ੍ਹਾਂ ਨੇ ਆਪਣੇ ਸੀਸਾਂ ਦਾ ਬਲੀਦਾਨ ਦੇ ਕੇ ਆਪਣੇ ਪਰਿਵਾਰ ਕੁਰਬਾਨ ਕਰਾਤੇ, ਆਪਣੇ ਬੱਚੇ ਸ਼ਹੀਦ ਕਰਾਤੇ ਤੇ ਇਸ ਹਿੰਦੂ ਧਰਮ ਦਾ ਬੇੜਾ ਡੁੱਬਣ ਤੋਂ ਬਚਾ ਲਿਆ। ਐਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦ ਦੀ ਚਾਦਰ ਹਨ। ਰੁਚਰ ਮ੍ਰਿਦਲ ਉਜਲ ਪੈ ਫੇਨ। ਕਹਿੰਦੇ ਬੜਾ ਸੁੰਦਰ ਬਿਸਤਰਾ, ਵਧੀਆ ਜਿਵੇਂ ਸਮੁੰਦਰ ਦੀ ਝੱਗ ਹੋਵੇ, ਇੱਦਾਂ ਦਾ ਸਾਫ ਸੁਥਰਾ ਬੜਾ ਸੁੰਦਰ ਗੱਦਾ ਮਹਾਰਾਜ ਦਾ ਲਾਇਆ ਹੈ। ਆਸ ਤਰਨ ਦੀਰਘ ਸੁਖ ਦੈਨ। ਔਰ ਵੱਡਾ ਬਿਸਤਰਾ, ਕਿਉਂਕਿ ਮਹਾਰਾਜ ਦਾ ਕੱਦ ਵੀ ਬੜਾ ਵੱਡਾ ਸੀ, 6.5 ਫੁੱਟ ਤੋਂ ਜ਼ਿਆਦਾ ਉੱਚਾ ਲੰਮਾ ਕੱਦ ਤੇ ਭਰਵਾਂ ਸਰੀਰ ਸੀ, ਬੜਾ ਸੁਡੌਲ ਸਰੀਰ ਸੀ ਗੁਰੂ ਮਹਾਰਾਜ 9ਵੇਂ ਪਾਤਸ਼ਾਹ ਜੀ ਦਾ। ਉਸ ਮੁਤਾਬਕ ਸਤਿਗੁਰਾਂ ਦਾ ਆਸਣ ਵੀ ਵੱਡਾ ਲਾਇਆ ਗਿਆ ਹੈ। ਲਘੂ ਵਿਸਾਰ ਉਪਧਾਨ ਧਰੇ ਹੈ। ਛੋਟੇ ਤੇ ਵੱਡੇ ਸਿਰਹਾਣੇ ਰੱਖੇ ਹੋਏ ਹਨ, ਵੱਖਰੇ ਵੱਖਰੇ ਕਿਸਮ ਦੇ। ਸੇਜ ਬੰਦ ਮਖਤੂਲ ਖਰੇ ਹੈ। ਔਰ ਸੇਜਾ ਬੰਦਾਂ ਦੇ ਨਾਲ ਉਹਨੂੰ ਕੱਸਿਆ ਹੋਇਆ ਹੈ ਬਿਸਤਰੇ ਨੂੰ, ਬੜੀ ਸੁੰਦਰ ਮਹਾਰਾਜ ਦੀ ਵਿਛਾਈ ਹੈ। ਗੁੰਫੇ ਜ਼ਰੀਦਾਰ ਲਰਕੰਤੇ। ਔਰ ਜਰੀਦਾਰ ਗੁੱਛੇ ਨਾਲ ਲਟਕਦੇ ਹਨ। ਫੂਲ ਮਾਲ ਸੋ ਰੁਚ ਰਸ ਹੰਤੇ। ਤੇ ਫੁੱਲਾਂ ਦੀ ਮਾਲਾ ਰੱਖੀ ਹੋਈ ਹੈ ਸੁੰਦਰ ਸੀਸ ਵਾਲੇ ਪਾਸੇ। ਆਸ ਪਰ ਅੰਗ ਪਰ ਪੋਟੇ ਆਏ। ਐਸੇ ਸੋਹਣੇ ਪਲੰਗ ਤੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਬਿਰਾਜਮਾਨ ਹੋਏ ਹਨ। ਸ਼ਾਂਤੀ ਆਤਮਾ ਗੁਰ ਗਤ ਦਾਏ। ਸ਼ਾਂਤ ਆਤਮਾ ਸਤਿਗੁਰੂ ਮਹਾਰਾਜ ਮੁਕਤੀ ਦਾਤੇ, ਸਾਰੀ ਦੁਨੀਆ ਦਾ ਕਲਿਆਣ ਕਰਨ ਵਾਲੇ, ਬੈਰਾਗ ਦੀ ਮੂਰਤੀ, ਪ੍ਰੇਮ ਦੀ ਮੂਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਰੈਣ ਵਿਖੇ ਕਰ ਸੈਨ ਸੁਖਾਰੇ। ਰਾਤ ਦੇ ਸਮੇਂ ਸੁਖ ਦੇ ਨਾਲ ਬਿਰਾਜਮਾਨ ਹੋਏ ਹਨ। ਤੀਨ ਜਾਮ ਜਾਮਨੀ ਕੇ ਟਾਰੇ। 3 ਪਹਿਰ ਰਾਤ ਜਦੋਂ ਬੀਤ ਗਈ ਹੈ, ਪੁਨः ਪ੍ਰਬੋਧਤ ਹੋਏ ਤਿਸ ਕਾਲ। ਫਿਰ ਅੰਮ੍ਰਿਤ ਵੇਲੇ ਉੱਠੇ ਹਨ ਸਤਿਗੁਰੂ ਜੀ। ਨਿਤ ਕੀ ਕਿਰਿਆ ਕੀਨ ਬਿਦ ਨਾਲ। ਔਰ ਭਲੀ ਪ੍ਰਕਾਰ ਇਸ਼ਨਾਨ ਆਦਿਕ ਦੀ ਕਿਰਿਆ ਕੀਤੀ ਹੈ। ਕਰ ਇਸ਼ਨਾਨ ਆਸਨ ਪਰ ਬੈਸੇ। ਔਰ ਫਿਰ ਸਤਿਗੁਰੂ ਇਸ਼ਨਾਨ ਕਰਕੇ ਆਸਣ ਤੇ ਵਿਰਾਜਮਾਨ ਹੋ ਗਏ ਹਨ। ਚਿਤਵਤ ਨਿਜ ਸਰੂਪ ਹੈ ਜੈਸੇ। ਔਰ ਬਿਰਤੀ ਆਪਣੇ ਆਤਮ ਸਰੂਪ ਵਿੱਚ ਲੀਨ ਕਰ ਲਈ ਹੈ, ਧਿਆਨ ਵਿੱਚ ਮਗਨ ਹੋ ਗਏ ਹਨ। ਭਈ ਪ੍ਰਭਾਤ ਦੀਵਾਨ ਲਗਾਏ। ਜਦੋਂ ਸਵੇਰ ਹੋਈ ਹੈ ਤੇ ਦੀਵਾਨ ਸਜਾਇਆ ਹੈ। ਸੰਗਤ ਵਿੱਚ ਮਹਾਦੁੱਤ ਪਾਏ। ਸੰਗਤ ਵਿੱਚ ਬੈਠੇ ਹਨ ਤੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਜਿਮ ਤਾਰਨ ਗਨ ਕਰ ਪਰਵਾਰੇ। ਜਿਵੇਂ ਕਹਿੰਦੇ ਤਾਰਿਆਂ ਚੰਦਰਮਾ ਦੇ ਆਲੇ ਦੁਆਲੇ ਤਾਰੇ ਘੇਰਾ ਪਾ ਕੇ ਬੈਠੇ ਹੁੰਦੇ ਆ, ਇੱਦਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਚੰਦਰਮਾ ਦੇ ਸਮਾਨ ਸੰਗਤਾਂ ਦੇ ਵਿੱਚ ਬੈਠੇ ਸੋਭਾ ਪਾ ਰਹੇ ਹਨ। ਨਿਸਪਤ ਸਮ ਅਹਲਾਦ ਨਿਵਾਰੇ। ਕਹਿੰਦੇ ਜਿਵੇਂ ਨਿਸ਼ਪਤ ਰਾਤ ਦਾ ਪਤੀ ਚੰਦਰਮਾ ਸੋਭਾ ਪਾ ਰਿਹਾ ਹੁੰਦਾ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਵਿੱਚ ਬੈਠੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। ਦੂਤ ਜੋਧਪੁਰ ਤੇ ਚਲ ਆਇਓ। ਜੈਪੁਰ ਜੋਧਪੁਰ ਦੇ ਰਾਜੇ ਦੇ ਦੂਤ ਆਏ ਹਨ। ਦੂਤ ਜੋਧਪੁਰ ਤੇ ਚਲ ਆਇਓ। ਸੋ ਸਾਧ ਸੰਗਤ ਜੀ, ਜੋਧਪੁਰ ਤੋਂ ਦੂਤ ਜੈਪੁਰ ਤੋਂ ਚੱਲ ਕੇ ਆਇਆ ਹੈ। ਅਰਪ ਉਪਾਇਨ ਸੀਸ ਨਿਵਾਇਓ। ਉਹਨੇ ਗੁਰੂ ਸਾਹਿਬ ਜੀ ਨੂੰ ਚਰਨਾਂ ਵਿੱਚ ਭੇਟਾ ਰੱਖ ਕੇ ਮੱਥਾ ਟੇਕਿਆ ਹੈ। ਆਇਸ ਪਾਏ ਸਭਾ ਮਹਿ ਥਿਰਿਓ। ਆਗਿਆ ਪਾ ਕੇ ਸਭਾ ਵਿੱਚ ਬੈਠ ਗਿਆ ਹੈ। ਹਾਥ ਜੋੜ ਕਰ ਬੇਨਤੀ ਕਰਿਓ। ਹੱਥ ਜੋੜ ਕੇ ਬੇਨਤੀ ਕਰਨ ਲੱਗਾ ਹੈ ਦੂਤ। ਬਿਸ਼ਨ ਸਿੰਘ ਮਹਿਪਾਲ ਬਿਸਾਲਾ। ਇਹ ਸੱਚੇ ਪਾਤਸ਼ਾਹ ਰਾਜੇ ਬਿਸ਼ਨ ਸਿੰਘ ਨੇ ਧਰਿਓ ਆਪ ਕੇ ਪਦ ਪਰ ਭਾਲਾ। ਆਪ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਅਧਿਕ ਪ੍ਰੇਮ ਤੇ ਬਿਨੈ ਬਖਾਨੀ। ਬੜੇ ਪ੍ਰੇਮ ਨਾਲ ਰਾਜੇ ਬਿਸ਼ਨ ਸਿੰਘ ਨੇ ਬੇਨਤੀ ਕਰ ਭੇਜੀ ਹੈ। ਕੀਰਤ ਤੁਮਰੀ ਸੁਣੀ ਮਹਾਨੀ। ਆਪ ਜੀ ਦੀ ਬੜੀ ਕੀਰਤੀ ਸੁਣੀ ਹੈ, ਬੜੀ ਮਹਿਮਾ ਸੁਣੀ ਹੈ ਸਤਿਗੁਰੂ ਜੀਓ। ਸ਼ਰਨ ਪਰੇ ਕੇ ਹੋ ਸਹਾਇਕ। ਆਪ ਜੀ ਸ਼ਰਨ ਪਏ ਰਾਜੇ ਬਿਸ਼ਨ ਸਿੰਘ ਦੀ ਸਹਾਇਤਾ ਕਰੋ। ਅਨਕ ਬਿਗਨ ਦਾਸਨ ਕੇ ਘਾਇਕ। ਔਰ ਆਪਣੇ ਦਾਸਾਂ ਦੇ ਵਿਘਨ ਦੂਰ ਕਰੋ। ਮਹਾਰਾਜ ਰਾਜੇ ਦੀ ਸਹਾਇਤਾ ਕਰੋ। ਮਹਾ ਕਸ਼ਟ ਤੇ ਮੋਹਿ ਉਧਾਰ ਹੋ। ਰਾਜੇ ਨੇ ਬੇਨਤੀ ਕੀਤੀ ਹੈ ਵੀ ਮੇਰੇ ਤੇ ਬੜਾ ਵੱਡਾ ਭਾਰੀ ਕਸ਼ਟ ਆਉਣ ਵਾਲਾ ਹੈ। ਮੈਂ ਕਾਮਰੂਪ ਦੇਸ਼ ਨੂੰ ਜਾ ਰਿਹਾ ਜੰਗ ਲੜਨ ਵਾਸਤੇ। ਉੱਥੇ ਮਹਾਰਾਜ ਜਾਦੂਗਰਾਂ ਦਾ ਬੜਾ ਜ਼ੋਰ ਹੈ। ਜਾਦੂਗਰਨੀਆਂ ਕਾਲਜਾ ਕੱਢ ਕੇ ਖਾ ਲੈਂਦੀਆਂ, ਬੰਦੇ ਦਾ ਪਾਗਲ ਕਰ ਦਿੰਦੀਆਂ। ਆਪ ਜੀ ਕਿਰਪਾ ਕਰੋ, ਸਾਡੇ ਨਾਲ ਚੱਲੋ।
ਸਾਨੂੰ ਉਸ ਜਾਦੂ ਟੂਣੇ ਤੋਂ ਬਚਾ ਲਵੋ। ਦੀਨ ਬੰਦ ਨਿਜ ਬਿਰਦ ਸੰਭਾਰੋ। ਅਸੀਂ ਮਹਾਰਾਜ ਆਪ ਜੀ ਦੇ ਸੇਵਾਦਾਰ ਹਾਂ, ਨਿਮਾਣੇ ਜੇ, ਤੇ ਆਪ ਜੀ ਸਾਡੇ ਗੁਰੂ ਗਰੀਬ ਨਵਾਜ ਉਸ ਦੀਨਾਂ ਦੇ ਬੰਧੂ ਹੋ। ਬਿਰਧ ਬਾਣੇ ਦੀ ਲਾਜ ਰੱਖੋ। ਦਈ ਮੋਹਿਮ ਕਾਮਰੂ ਦੇਸ਼। ਕਾਮਰੂ ਦੇਸ਼ ਜਿਹੜਾ ਹੈ ਉਹਦੇ ਵਿੱਚ ਬਾਦਸ਼ਾਹ ਨੇ ਮੈਨੂੰ ਭੇਜਿਆ, ਔਰੰਗਜ਼ੇਬ ਨੇ। ਮਹਾਬਲੀ ਹਮ ਪਰ ਤੁਰਕੇਸ਼। ਕਿਉਂਕਿ ਅਸੀਂ ਹੁਣ ਔਰੰਗਜ਼ੇਬ ਦੇ ਤਾਬੇਦਾਰ ਹਾਂ, ਉਹ ਸਾਡੇ ਦੇ ਉੱਤੇ ਉਹਦਾ ਹੁਕਮ ਚੱਲਦਾ। ਅਸੀਂ ਬਾਦਸ਼ਾਹ ਦਾ ਹੁਕਮ ਮੋੜ ਵੀ ਨਹੀਂ ਸਕਦੇ। ਜੇ ਹੁਕਮ ਮੋੜਦੇ ਆ ਤਾਂ ਵੀ ਮਰਦੇ ਹਾਂ, ਤੇ ਜੇ ਮਹਾਰਾਜ ਕਾਮਰੂ ਦੇਸ਼ ਜਾਂਦੇ ਹਾਂ ਤਾਂ ਵੀ ਮਰਦੇ ਆ। ਦੋਵੇਂ ਪਾਸੇ ਮੌਤ ਹੀ ਮੌਤ ਨਜ਼ਰ ਆਉਂਦੀ ਹੈ। ਤਿਨ ਕੇ ਸੰਗ ਜੰਗ ਨਹਿ ਬਨੈ। ਮਹਾਰਾਜ ਉਹ ਜਿਹੜਾ ਪਾਸਾ ਹੈ ਕਾਮਰੂ ਦੇਸ਼ ਦਾ, ਜਾਦੂਗਰਨੀਆਂ ਦਾ, ਉਹਨਾਂ ਲੋਕਾਂ ਨਾਲ ਜੰਗ ਕਰਕੇ ਕੋਈ ਜਿੱਤਿਆ ਨਹੀਂ ਹੈ। ਅਨੇਕ ਬਿਦਨ ਕੇ ਮੰਤਰਨ ਭਨੈ। ਕਿਉਂਕਿ ਕਾਮਰੂ ਦੇਸ਼ ਦੇ ਲੋਕ ਜਾਦੂ ਟੂਣੇ ਮੰਤਰ ਜੰਤਰ ਬਹੁਤ ਜਾਣਦੇ ਹਨ। ਅਤੇ ਉਹ ਪਿਤਾਮਾ ਮੇਰੋ ਤਹਾਂ। ਮੇਰਾ ਦਾਦਾ ਰਾਜਾ ਮਾਨ ਸਿੰਘ ਵੀ ਅਕਬਰ ਨੇ ਭੇਜਿਆ ਸੀ 50-60 ਸਾਲ ਪਹਿਲਾਂ। ਉਹਨਾਂ ਜਾਦੂਗਰਨੀਆਂ ਨੇ ਪਾਗਲ ਕਰਕੇ ਮਾਰਿਆ ਸੀ। ਐਸਾ ਜਾਦੂ ਛੱਡਿਆ, ਇਹੋ ਜਿਹੀ ਉਹਦੇ ਉੱਤੇ ਕੋਈ ਸ਼ੈ ਛੱਡੀ ਕਿ ਦਾਦਾ ਮਾਨ ਸਿੰਘ ਪਾਗਲ ਹੋ ਗਿਆ ਤੇ ਉਧਰ ਹੀ ਮਰ ਗਿਆ ਸੀ। ਦਲ ਬਲ ਸਹਿਤ ਪ੍ਰਤਾਪੀ ਮਹਾ। ਮੇਰਾ ਦਾਦਾ ਬੜਾ ਪ੍ਰਤਾਪੀ, ਬੜਾ ਸੂਰਮਾ, ਕਾਬਲ ਤੱਕ ਜੰਗ ਜਿਤਾਇਆ ਸੀ। ਉਹ ਅਫਗਾਨਿਸਤਾਨ ਤੇ ਉਹਨੇ ਕਬਜ਼ਾ ਕਰ ਲਿਆ ਸੀ ਮਾਨ ਸਿੰਘ ਨੇ, ਪਰ ਕਾਮਰੂ ਦੇਸ਼ ਦੇ ਜਾਦੂਗਰਾਂ ਕਿ ਉਹਦੀ ਪੇਸ਼ ਨਹੀਂ ਗਈ। ਉੱਥੇ ਜਾ ਕੇ ਮਾਰਿਆ ਗਿਆ ਸੀ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ। ਮੈਂ ਰਾਵਰ ਕੇ ਹੋਇ ਕਰ ਸੰਗ। ਤੇ ਹੇ ਸਤਿਗੁਰੂ ਜੀ, ਮੈਂ ਆਪ ਜੀ ਨੂੰ ਨਾਲ ਇਸ ਕਰਕੇ ਲਿਜਾਣਾ ਚਾਹੁੰਦਾ ਵੀ ਤੁਹਾਡੇ ਹੁੰਦਿਆਂ ਮੇਰੇ ਉੱਤੇ ਕੋਈ ਜਾਦੂ ਨਹੀਂ ਚੱਲੇਗਾ, ਕੋਈ ਟੂਣਾ ਨਹੀਂ ਚੱਲੇਗਾ। ਦੇ ਬਲ ਕੋ ਠਾਨੋ ਤਹ ਜੰਗ। ਮਹਾਰਾਜ ਤੁਹਾਡਾ ਬਲ ਲੈ ਕੇ, ਤੁਹਾਡੀ ਆਸ਼ੀਰਵਾਦ ਲੈ ਕੇ, ਤੁਹਾਡੀ ਬਖਸ਼ਿਸ਼ ਲੈ ਕੇ ਮੈਂ ਕਾਮਰੂ ਦੇਸ਼ ਦੇ ਲੋਕਾਂ ਨਾਲ ਯੁੱਧ ਕਰ ਸਕਦਾ ਹਾਂ। ਤੁਮ ਪਗ ਪੰਕਜ ਕਰੋ ਜਹਾਜ। ਇਹ ਪਾਤਸ਼ਾਹ ਜੀ, ਤੁਹਾਡੇ ਚਰਨ ਕਮਲਾਂ ਦਾ ਜਹਾਜ਼ ਬਣਾ ਕੇ ਰਣ ਸਮੁੰਦਰ ਤਰ ਰੱਖੋ ਲਾਜ। ਮੈਂ ਜੰਗ ਦਾ ਸਮੁੰਦਰ ਧਰ ਸਕਦਾ ਹਾਂ। ਤੁਸੀਂ ਮੇਰੀ ਲਾਜ ਰੱਖੋ, ਆਪਣੇ ਚਰਨ ਕਮਲਾਂ ਦਾ ਆਸਰਾ ਬਖਸ਼ੋ। ਪਿਤਾ ਤੁਮਾਰੇ ਕੋ ਜਸ ਮਹਾ। ਆਪ ਜੀ ਦੇ ਪਿਤਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਸਾਡੇ ਘਰਾਂ 'ਚ ਗਾਇਆ ਜਾਂਦਾ ਹੈ। ਰਾਜਪੂਤ ਰਾਜੇ ਸਾਰੇ ਹੀ ਛੇਵੇਂ ਪਾਤਸ਼ਾਹ ਦੇ ਸੇਵਕ ਬਣ ਗਏ। ਜਦੋਂ ਗਵਾਲੀਅਰ ਦੇ ਕਿਲੇ 'ਚੋਂ ਸੱਚੇ ਪਾਤਸ਼ਾਹ 52 ਰਾਜਿਆਂ ਨੂੰ ਛੁਡਾ ਕੇ ਲੈ ਆਏ, ਤਾਂ ਮਹਾਰਾਜ ਸਾਡੇ ਘਰਾਂ ਵਿੱਚ, ਸਾਡੀ ਬਰਾਦਰੀ ਵਿੱਚ ਆਪ ਜੀ ਦਾ ਬੜਾ ਹੀ ਜਸ ਗਾਉਂਦੇ ਹਨ। ਜਗ ਮੈਂ ਸੁਨੀਤ ਹੈ ਜਹ ਕਹਾਂ। ਜਿੱਥੇ ਕਿੱਥੇ ਸਤਿਗੁਰੂ ਜੀ ਸਾਡੇ ਰਾਜਪੂਤ ਰਾਜੇ ਆਪ ਜੀ ਦੇ ਸ਼ੁਕਰਗੁਜ਼ਾਰ ਬਣ ਕੇ ਰਹਿੰਦੇ ਹਨ, ਕਿਉਂਕਿ ਆਪ ਜੀ ਨੇ ਸਾਨੂੰ ਰਾਜਿਆਂ ਨੂੰ 52 ਰਾਜਿਆਂ ਨੂੰ ਕੈਦ ਵਿੱਚੋਂ ਛੁਡਾਇਆ, ਸਾਡੇ ਤੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਹੁਣ ਸਾਡੇ ਤੇ ਮਿਹਰ ਕਰੋ, ਸਾਡੀ ਇਸ ਜੰਗ ਵਿੱਚ ਵੀ ਸਹਾਇਤਾ ਕਰੋ। ਲਖਿਓ ਆਪ ਕੋ ਪਰ ਉਪਕਾਰੀ। ਆਪ ਜੀ ਪਰਉਪਕਾਰੀ ਹੋ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਮਾਲਕ ਹੋ। ਤੁਹਾਡੇ ਪਿਤਾ ਜੀ ਨੇ ਵੀ ਕਿਰਪਾ ਕੀਤੀ ਸਾਡੇ ਤੇ ਤੁਸੀਂ ਵੀ ਸਾਡੇ ਤੇ ਕਿਰਪਾ ਕਰੋ। ਪ੍ਰਣ ਪੂਰਨ ਕੀਨੇ ਸਖ ਭਾਰੀ। ਮਹਾਰਾਜ ਜਦੋਂ ਜਦੋਂ ਵੀ ਆਪ ਜੀ ਨੂੰ ਯਾਦ ਕੀਤਾ ਹੈ, ਆਪ ਜੀ ਸਹਾਇਤਾ ਲਈ ਆ ਜਾਂਦੇ ਹੋ, ਪਰਨ ਪੂਰਦੇ ਹੋ ਆਪਣਾ। ਐਤਕੀ ਵੀ ਆਪਣੇ ਬਿਰਧ ਦੀ ਲਾਜ ਰੱਖ ਲਓ। ਮੈਂ ਤੁਹਾਡੀ ਸ਼ਰਨ ਵਿੱਚ ਹਾਂ ਬਿਸ਼ਨ ਸਿੰਘ ਰਾਜਾ, ਮੇਰੇ ਤੇ ਕਿਰਪਾ ਕਰੋ। ਮੈਨੂੰ ਉਸ ਮਹਾਂ ਭਿਆਨਕ ਸਮੇਂ ਤੋਂ ਜਿਹੜਾ ਅੱਗੇ ਆ ਰਿਹਾ ਹੈ, ਮਹਾਰਾਜ ਜੰਗ ਦੇ ਵਿੱਚ ਹਾਰ ਹੋਣ ਦੀ ਸੰਭਾਵਨਾ ਹੈ, ਮੌਤ ਹੋਣ ਦੀ ਸੰਭਾਵਨਾ ਹੈ, ਉਸ ਜੰਗ ਵਿੱਚ ਮੇਰੀ ਸਹਾਇਤਾ ਕਰੋ। ਮਮ ਆਵਤ ਲੋ ਥਿਰਤਾ ਧਰੀ ਹੈ। ਜਿੰਨਾ ਚਿਰ ਸਤਿਗੁਰੂ ਜੀ ਮੈਂ ਆਪ ਜੀ ਕੋਲ ਪਟਨੇ ਨਹੀਂ ਪਹੁੰਚ ਜਾਂਦਾ, ਤੁਸੀਂ ਪਟਨੇ ਤੋਂ ਕਿਤੇ ਜਾਇਆ ਜੇ ਨਾ, ਪਟਨੇ ਸਾਹਿਬ ਹੀ ਰੁਕੇ ਰਹੋ ਤੇ ਮੈਂ ਥੋੜੇ ਦਿਨਾਂ ਵਿੱਚ ਹੀ ਪਟਨੇ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ। ਅਪਰ ਸਥਾਨ ਪਿਆਨ ਨਾ ਕਰੀ ਹੈ। ਇਹ ਮੇਰੀ ਬੇਨਤੀ ਹੈ ਗੁਰੂ ਸਾਹਿਬ ਜੀ, ਕਿਤੇ ਹੋਰ ਨਾ ਚਲੇ ਜਾਇਆ ਜੇ। ਬਿਲਮ ਨਾ ਮੋਕੋ ਆਇਓ ਜਾਨੋ। ਮੈਂ ਦੇਰੀ ਨਹੀਂ ਕਰਾਂਗਾ, ਛੇਤੀ ਸਮਝੋ ਮੈਂ ਥੋੜੇ ਹਫ਼ਤਿਆਂ ਵਿੱਚ ਹੀ ਪਟਨੇ ਸਾਹਿਬ ਪਹੁੰਚ ਜਾਵਾਂਗਾ। ਮੁਝ ਕੋ ਸੰਗ ਆਪਨੇ ਠਾਨੋ। ਤੇ ਮੈਂ ਤੁਹਾਡੇ ਨਾਲ ਹੋ ਕੇ, ਤੁਹਾਡੇ ਹਮ ਰਕਾਬ ਹੋ ਕੇ
ਤੁਹਾਡੀ ਅਗਵਾਈ ਵਿੱਚ ਅਸਾਮ ਦੇਸ਼ ਜਾਵਾਂਗਾ, ਕਾਮਰੂ ਦੇਸ਼ ਜੰਗ ਕਰਾਂਗਾ। ਮੇਰੀ ਆਪਣੀ ਜ਼ਰੂਰਤ ਨਹੀਂ ਪੈਂਦੀ ਇਕੱਲੇ ਦੀ ਉੱਧਰ ਮੂੰਹ ਕਰਨ ਨੂੰ, ਕਿਉਂਕਿ ਉੱਧਰ ਮੌਤ ਹੈ ਮੇਰੀ, ਤੇ ਤੁਸੀਂ ਮੈਨੂੰ ਉਸ ਮੌਤ ਤੋਂ ਬਚਾ ਸਕਦੇ ਹੋ। ਸੁਨੀ ਦੂਤ ਤੇ ਬਿਨਾ ਪ੍ਰਸੀਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਰਾਜੇ ਬਿਸ਼ਨ ਸਿੰਘ ਦੇ ਮੰਤਰੀ ਦੀਆਂ ਗੱਲਾਂ ਸੁਣ ਕੇ ਪ੍ਰਸੰਨ ਹੋ ਗਏ, ਕਿਉਂਕਿ ਮਹਾਂਪੁਰਸ਼ ਜਿਹੜੇ ਹੁੰਦੇ ਆ ਉਹ ਪ੍ਰੇਮ ਦੇ ਭੁੱਖੇ ਹੁੰਦੇ ਆ। ਉਹਨਾਂ ਨੂੰ ਪਦਾਰਥਾਂ ਦੀ ਜਾਂ ਹੋਰ ਚੀਜ਼ਾਂ ਦੀ ਭੁੱਖ ਨਹੀਂ ਹੁੰਦੀ। ਜੇ ਕੋਈ ਪ੍ਰੇਮ ਕਰੇ ਤਾਂ ਫਿਰ ਮਹਾਰਾਜ ਰੀਝ ਪੈਂਦੇ। ਰਾਜੇ ਦਾ ਵਿਸ਼ਵਾਸ, ਉਹਦੇ ਵੱਲੋਂ ਆਈ ਬੇਨਤੀ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਸੰਨ ਹੋਏ ਹਨ। ਸਰਬ ਪ੍ਰਸੰਗ ਬੂਝਬੋ ਕੀਨੇ। ਤੇ ਮੰਤਰੀ ਕੋਲੋਂ ਸਾਰੀ ਕਥਾ ਪੁੱਛੀ ਹੈ। ਦਿਵਸ ਏਕਾਦਸ਼ ਪਟਨੇ ਥਿਰੇ। ਤੇ ਮਹਾਰਾਜ ਉਹਨੂੰ ਉਡੀਕਦੇ ਹੋਏ 11 ਦਿਨ ਪਟਨੇ ਸਾਹਿਬ ਠਹਿਰੇ ਹਨ। ਆਏ ਹੋ ਭੂਪ ਉਤਾਇਲ ਕਰੇ। ਤੇ 11ਵੇਂ ਦਿਨ ਰਾਜਾ ਵੀ ਆ ਗਿਆ, ਮਾਰੋ ਮਾਰ ਕਰਦਾ ਜੈਪੁਰ ਜੋਧਪੁਰ ਤੋਂ ਤੁਰਿਆ ਤੇ ਸਾਧ ਸੰਗਤ ਜੀ 11ਵੇਂ ਦਿਨ ਪਟਨੇ ਸਾਹਿਬ ਪਹੁੰਚ ਗਿਆ। ਕੇਤਕ ਸੰਗ ਅਹੈ ਅਮਰਾਵ। ਰਾਜੇ ਦੇ ਨਾਲ ਕੁਝ ਉਮਰਾਵ ਵੀ ਸਨ, ਉਹਦੇ ਅਫਸਰ ਵੀ ਸਨ, ਮੰਤਰੀ ਸਨ, ਵਜ਼ੀਰ ਸਨ, ਉਹਦੀ ਫੌਜ ਦੇ ਸੈਨਾਪਤੀ ਜਰਨਲ ਕਰਨਲ ਸਨ। ਲਸ਼ਕਰ ਮਹਾ ਜਥਾ ਦਰਿਆਵ। ਬਹੁਤ ਵੱਡਾ ਲਸ਼ਕਰ ਸੀ, ਜਿਵੇਂ ਕੋਈ ਦਰਿਆ ਉਮੜ ਕੇ ਆਇਆ ਹੋਵੇ, ਕਿਉਂਕਿ ਦਿੱਲੀੋਂ ਫੌਜਾਂ ਲੈ ਕੇ ਉਹ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਦਾ ਜਰਨਲ ਸੀ। ਉਹ ਔਰੰਗਜ਼ੇਬ ਦੀ ਫੌਜ ਬੜੀ ਵੱਡੀ ਸੀ, ਉਹਦੀ ਫੌਜ ਦਾ ਰਾਜਾ ਕਮਾਂਡਰ ਬਣ ਕੇ ਆਇਆ ਰਾਜਾ ਜੈ ਸਿੰਘ ਤੇ ਰਾਜਾ ਬਿਸ਼ਨ ਸਿੰਘ। ਰਾਜੇ ਬਿਸ਼ਨ ਸਿੰਘ ਦੇ ਨਾਲ ਰਾਜਪੂਤਾਨੇ ਦੀ ਫੌਜ ਸਾਰੀ ਜੈਪੁਰ ਜੋਧਪੁਰ ਦੀ ਉਹ ਵੀ ਨਾਲ ਸੀ, ਮੁਗਲਾਂ ਦੀ ਫੌਜ ਵੀ ਨਾਲ ਸੀ, ਤੇ ਬੜੀ ਵੱਡੀ ਫੌਜ, ਕਹਿੰਦੇ ਜਿਵੇਂ ਕੋਈ ਸਮੁੰਦਰ ਹੀ ਉਮੜ ਕੇ ਆ ਗਿਆ ਹੋਵੇ, ਇੰਨੀ ਫੌਜ ਰਾਜੇ ਨਾਲ ਪਹੁੰਚੀ ਹੈ। ਬੁਰ ਪਟਨੇ ਮੈਂ ਉਤਰਿਓ ਆਈ। ਰਾਜੇ ਬਿਸ਼ਨ ਸਿੰਘ ਦੀਆਂ ਫੌਜਾਂ ਦੇ ਕੈਂਪ ਲੱਗ ਗਏ ਨੇ, ਛਾਉਣੀਆਂ ਪੈ ਗਈਆਂ ਨੇ, ਥਾਂ ਥਾਂ ਤੇ ਤੰਬੂ ਲੱਗੇ ਨੇ, ਘੋੜੇ ਬੱਝੇ ਹਨ, ਹਾਥੀ ਹਨ, ਤੇ ਬੜੀਆਂ ਭਾਰੀ ਫੌਜਾਂ ਉਤਰੀਆਂ ਹਨ। ਬਰਿੰਦ ਧੁੰਦ ਭੈ ਸ਼ਬਦ ਉਠਾਈ। ਸੈਂਕੜੇ ਦੇ ਨਗਾਰੇ ਹੀ ਵੱਜੀ ਜਾਂਦੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ। ਕਹਿੰਦੇ ਬੇਅੰਤੀ ਫੌਜਾਂ ਉੱਥੇ ਰਾਜੇ ਦੀਆਂ ਉਤਰੀਆਂ ਹਨ। ਝੰਡੇ ਗਾਡੇ ਅਨਕ ਨਿਸ਼ਾਨ। ਬੜੇ ਬੜੇ ਰੰਗ ਰੰਗ ਦੇ ਝੰਡੇ ਨਿਸ਼ਾਨ ਗੱਡੇ ਹਨ ਫੌਜਾਂ ਨੇ। ਗਨ ਮਤੰਗ ਅਰ ਬਲੀ ਕੇ ਕਾਨ। ਕਹਿੰਦੇ ਬੜੇ ਬੜੇ ਹਾਥੀ ਹਨ ਤੇ ਬੜੇ ਬੜੇ ਬਲੀ ਘੋੜੇ ਹਨ। ਉਸਟਰ ਬਹੁ ਮੋਲੇ ਸਮਝਾਏ। ਤੇ ਬੜੇ ਕੀਮਤੀ ਊਂਠ ਵੀ ਹਨ, ਊਂਠਾਂ ਦੇ ਉੱਤੇ ਵੱਡੇ ਵੱਡੇ ਨਗਾਰੇ ਬੰਨੇ ਹੋਏ ਹਨ। ਸ਼ਮਿਆਨੇ ਤੰਬੂ ਗਨ ਲਾਏ। ਤੇ ਤੰਬੂ ਸ਼ਮਿਆਨਿਆਂ ਦਾ ਕੋਈ ਅੰਤ ਨਹੀਂ, ਸੈਂਕੜੇ ਹੀ ਤੰਬੂ ਲੱਗੇ ਨੇ, ਸ਼ਮਿਆਨੇ ਲੱਗੇ ਨੇ। ਗੁਰ ਕੀ ਸੁਧ ਸੁਨ ਹੈ ਪੁਰ ਮਾਹੀ। ਸਾਰੇ ਸ਼ਹਿਰ ਦੇ ਵਿੱਚ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਦਾ ਤੇ ਪਤਾ ਲੱਗ ਹੀ ਚੁੱਕਾ ਸੀ ਸੰਗਤਾਂ ਨੂੰ। ਪਟਨੇ ਦੇ ਇਲਾਕੇ ਦੇ ਸਿੱਖ ਵੀ ਦਰਸ਼ਨ ਕਰ ਚੁੱਕੇ ਸਨ। ਭਇਓ ਹਰਖ ਚਿੰਤਾ ਚਿਤ ਦਾਹੀ। ਕਹਿੰਦੇ ਜਦੋਂ ਰਾਜਾ ਆ ਗਿਆ ਤੇ ਉਹਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਤੇ ਗਏ ਨਹੀਂ, ਪਟਨੇ ਸ਼ਹਿਰ ਵਿੱਚ ਹੀ ਸਾਡੀ ਉਡੀਕ ਕਰ ਰਹੇ ਨੇ, ਤਾਂ ਰਾਜੇ ਨੂੰ ਬੜੀ ਖੁਸ਼ੀ ਹੋਈ। ਉਹਨੂੰ ਚਿੰਤਾ ਜਿਹੜੀ ਸੀ ਨਾ, ਉਹ ਫਿਕਰ ਸੀ ਵੀ ਪਤਾ ਨਹੀਂ ਗੁਰੂ ਸਾਹਿਬ ਬੇਨਤੀ ਮੰਨਣਗੇ ਕਿ ਨਹੀਂ ਮੰਨਣਗੇ, ਗੁਰੂ ਸਾਹਿਬ ਮੇਰੇ ਨਾਲ ਜਾਣਗੇ ਕਿ ਨਹੀਂ ਜਾਣਗੇ। ਜਦੋਂ ਉਹਨੂੰ ਹੋਇਆ ਨਾ ਵੀ ਗੁਰੂ ਸਾਹਿਬ ਮੈਨੂੰ ਉਡੀਕ ਰਹੇ ਨੇ, ਫਿਰ ਉਹਨੂੰ ਹੌਸਲਾ ਹੋ ਗਿਆ ਵੀ ਹੁਣ ਕੋਈ ਖਤਰਾ ਨਹੀਂ। ਜੇ ਸਤਿਗੁਰੂ ਤੇਗ ਬਹਾਦਰ ਸਾਹਿਬ ਮੇਰੇ ਨਾਲ ਜਾਣਗੇ ਤੇ ਫਿਰ ਮੇਰੀ ਜਾਨ ਨੂੰ ਕੋਈ ਵੈਰੀ ਦਾ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋਵੇਗਾ। ਗਇਓ ਦੂਤ ਨੇ ਸਕਲ ਸੁਨਾਇਸ। ਦੂਤ ਨੇ ਜਾ ਕੇ ਦੱਸਿਆ, ਤੋਹੇ ਭਾਗ ਕਰ ਗੁਰ ਇਤ ਆਇਸ। ਇਹ ਰਾਜਾ ਜੀ ਤੇਰੇ ਭਾਗ ਚੰਗੇ ਨੇ। ਪਹਿਲੀ ਗੱਲ ਤਾਂ ਗੁਰੂ ਸਾਹਿਬ ਪਹਿਲਾਂ ਹੀ ਪਟਨੇ ਸਾਹਿਬ ਆਏ ਬੈਠੇ ਨੇ। ਦੂਸਰੀ ਤੇਰੀ ਜਿਹੜੀ ਬੇਨਤੀ ਆ ਉਹ ਵੀ ਉਹਨਾਂ ਨੇ ਸਵੀਕਾਰ ਕਰ ਲਈ ਹੈ। ਸੁਣ ਕੇ ਪ੍ਰੇਮ ਸਹਿਤ ਤੋ ਬੇਨਤੀ। ਤੇਰੀ ਬੇਨਤੀ ਸੁਣ ਕੇ, ਪ੍ਰੇਮ ਨਾਲ ਭਿੱਜੀ ਹੋਈ ਬੇਨਤੀ ਸੁਣ ਕੇ, ਗਮਨਤ ਟਿਕੇ ਤਿਆਗ ਮਨ ਗਿਣਤੀ। ਜਾਣਾ ਤਾਂ ਸੀ ਉਹਨਾਂ ਨੇ ਕਿਤੇ ਹੋਰ ਤੀਰਥਾਂ ਤੇ, ਪਰ ਤੇਰੀ ਬੇਨਤੀ ਕਰਕੇ ਰੁਕ ਗਏ ਹਨ, ਤੈਨੂੰ ਨਾਲ ਲੈ ਕੇ ਜਾਣਗੇ ਹੁਣ। ਨਾ ਹਿੰਦ ਚਾਹਤ ਚਰਨ ਅਕਾਰੀ। ਨਹੀਂ ਤਾਂ ਆਪਣੀ ਮੌਜ ਵਿੱਚ ਫਕੀਰਾਂ ਨੂੰ ਕੀ ਕਿਸੇ ਦੀ ਪਰਵਾਹ ਹੁੰਦੀ, ਰਾਜਿਆਂ ਮਹਾਰਾਜਿਆਂ ਦੀ। ਉਹ ਤਾਂ ਆਪਣੀ ਮੌਜ 'ਚ ਰਹਿੰਦੇ ਸਾਧੂ ਸੰਤ, ਤੇ ਉਹਨਾਂ ਦਾ ਜਿੱਥੇ ਜੀ ਕਰੇ ਬਹਿ ਜਾਣ, ਜਿੱਥੇ ਜੀ ਕਰੇ ਤੁਰ ਪੈਣ। ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ, ਬਾਝ ਸੱਚੇ ਨਾਹੀਂ। ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ।
ਪਰ ਤੇਰਾ ਪ੍ਰੇਮ ਵੇਖ ਕੇ ਰੁਕ ਗਏ ਹਨ। ਸੁਨ ਮੁਝ ਤੇ ਬਹੁ ਕਰੁਣਾ ਧਾਰੀ। ਮੈਂ ਬੇਨਤੀ ਕੀਤੀ ਸੀ ਤੇ ਮਹਾਰਾਜ ਨੇ ਮੰਨ ਲਈ, ਬੜੀ ਦਇਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਪਾਛਲ ਜਾਮ ਦਿਵਸ ਕੇ ਮਿਲੋ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਡੀਕ ਰਹੇ ਨੇ। ਅੱਜ ਦਿਨ ਦੇ ਤੀਸਰੇ ਪਹਿਰ ਜਦੋਂ ਗੁਰੂ ਦਾ ਦੀਵਾਨ ਸਜੇਗਾ, ਸ਼ਾਮ ਦਾ ਦੀਵਾਨ, ਉਹਦੇ ਵਿੱਚ ਮਹਾਰਾਜ ਬਾਣੀ ਪੜ੍ਹਨਗੇ, ਕੀਰਤਨ ਕਥਾ ਕਰਨਗੇ। ਉਸ ਵੇਲੇ ਜਦੋਂ ਦੀਵਾਨ ਸਜੇਗਾ ਨਾ ਸ਼ਾਮ ਦਾ, ਉਸ ਵੇਲੇ ਰਾਜਾ ਜੀ ਤੁਸੀਂ ਚੱਲ ਕੇ ਤੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਜੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰ ਲਿਆ ਜੇ। ਪੁਰਹੁ ਭਾਵਨਾ ਹੋਏ ਤਉ ਭਲੋ। ਫਿਰ ਰਾਜਾ ਜੀ ਤੁਹਾਡੀ ਭਾਵਨਾ ਪੂਰੀ ਕਰਨਗੇ, ਤੁਹਾਡਾ ਭਲਾ ਹੋਵੇਗਾ। ਤੁਹਾਡੇ ਤੇ ਕਿਰਪਾ ਕੀਤੀ ਹੈ, ਤੁਹਾਡੀ ਬੇਨਤੀ ਮੰਨ ਲਈ ਹੈ। ਸੁਨ ਅਨਕੂਲ ਗੁਰੂ ਜਾ ਕੇਰਾ। ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲੋਂ ਜਦੋਂ ਆਹ ਸੁਨੇਹਾ ਮੰਤਰੀ ਨੇ ਦਿੱਤਾ ਤਾਂ ਰਾਜਾ ਬਹੁਤ ਜ਼ਿਆਦਾ ਖੁਸ਼ ਹੋਇਆ। ਬਿਸ਼ਨ ਸਿੰਘ ਕੈ ਆਨੰਦ ਕਨੇਰਾ। ਰਾਜਾ ਬਿਸ਼ਨ ਸਿੰਘ ਬਹੁਤ ਹੀ ਆਨੰਦ ਹੋ ਗਿਆ, ਬਹੁਤ ਹੀ ਖੁਸ਼ ਹੋ ਗਿਆ। ਕਰ ਡੇਰਾ ਕਰ ਚਰਨ ਪਖਾਰੇ। ਉਹਨੇ ਆਪਣੀ ਛਾਉਣੀ 'ਚ ਡੇਰਾ ਕੀਤਾ, ਮੂੰਹ ਹੱਥ ਧੋਇਆ, ਵਸਤਰ ਵਿਭੂਖਨ ਤਨ ਸ਼ੁਭ ਧਾਰੇ। ਇਸ਼ਨਾਨ ਪਾਣੀ ਕਰਕੇ ਕੱਪੜੇ ਵੀ ਬਦਲੇ, ਕਿਉਂਕਿ ਸਫ਼ਰ ਦੇ ਕੱਪੜੇ ਜਿਹੜੇ ਹੁੰਦੇ ਘੋੜਿਆਂ ਤੇ ਆਉਣਾ, ਮਿੱਟੀ ਘੱਟਾ ਪਿਆ ਹੁੰਦਾ। ਰਾਜੇ ਨੇ ਆਪਣੇ ਬਸਤਰ ਬਦਲੇ, ਸਾਫ ਸੁਥਰੇ ਨਵੇਂ ਬਸਤਰ, ਨਵੀਂ ਦਸਤਾਰ, ਨਵਾਂ ਚੋਲਾ, ਕਮਰ ਕਸਾ ਸਜਾਇਆ। ਸਿਪਰ ਖੜਕੋ ਅੰਗ ਸਜਾਏ। ਗਾਤਰੇ ਢਾਲ ਤਲਵਾਰ, ਕਿਉਂਕਿ ਰਾਜੇ ਜਿਹੜੇ ਸਨ ਸ਼ਸਤਰਧਾਰੀ ਸਨ, ਛਤਰੀ ਰਾਜੇ ਸਨ, ਮਰਜ਼ਾਦਾ ਸੀ ਇਹਨਾਂ ਦੀ, ਕਦੀ ਵੀ ਸ਼ਸਤਰ ਤੋਂ ਹੀਣੇ ਨਹੀਂ ਸੀ ਹੁੰਦੇ। ਢਾਲ ਤਲਵਾਰ ਗਾਤਰੇ ਪਾਈ ਹੈ। ਲਿਓ ਉਪਾਇਨ ਕੋ ਸਮੁਦਾਏ। ਤੇ ਆਪਣੇ ਸਿਰ ਤੇ ਕਲਗੀ ਤੋੜਾ ਲਾ ਕੇ ਰਾਜਾ ਬਿਸ਼ਨ ਸਿੰਘ ਤਿਆਰ ਪਰ ਤਿਆਰ ਹੋਇਆ ਗੁਰੂ ਦੇ ਦਰਬਾਰ ਜਾਣ ਵਾਸਤੇ। ਬੜੀਆਂ ਬੜੀਆਂ ਵਧੀਆ ਭੇਟਾਵਾਂ, ਵਧੀਆ ਵਧੀਆ ਤੋਹਫੇ ਮਹਾਰਾਜ ਨੂੰ ਨਜ਼ਰਾਨਾ ਕਰਨ ਵਾਸਤੇ ਲੈ ਤੁਰਿਆ ਹੈ। ਸੰਗ ਸੁਭਾਟ ਸਭ ਆਯੁਧ ਧਾਰੀ। ਬੜੇ ਬੜੇ ਯੋਧੇ, ਸ਼ੈਲ ਛਬੀਲੇ ਗੱਭਰੂ, 6-6 ਫੁੱਟੇ ਜਵਾਨ ਆਪਣੇ ਨਾਲ ਸ਼ਸਤਰਧਾਰੀ ਲੈ ਲਏ ਹਨ। ਚਲਿਓ ਨਗਨ ਪਗ ਪਨਹ ਉਤਾਰੀ। ਤੇ ਪੈਰੋਂ ਜੋੜਾ ਰਾਜੇ ਨੇ ਉਤਾਰ ਦਿੱਤਾ ਹੈ। ਨੰਗੇ ਪੈਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵੱਲ ਤੁਰਿਆ ਹੈ। ਆਗੇ ਧਰੇ ਪਾਵੜੇ ਜੀ। ਜਿਹੜੇ ਰਸਤੇ ਵਿੱਚ ਨੌਕਰਾਂ ਨੇ ਪਾਵੜੇ ਵਿਛਾ ਦਿੱਤੇ, ਕਾਰਪੇਟ ਵਿਛਾ ਦਿੱਤੇ ਗਲੀ ਦੇ ਵਿੱਚ, ਵੀ ਰਾਜਾ ਨੰਗੇ ਪੈਰ ਤੁਰੇਗਾ ਤੇ ਉਹਦੇ ਥੱਲੇ ਕਾਰਪੇਟ ਜਿਹਾ ਵਿਛਿਆ ਹੋਵੇ, ਉਹਦੇ ਤੇ ਤੁਰੇਗਾ। ਉਹਨਾਂ ਨੇ ਉਹ ਲੰਮੇ ਜਿਹੇ ਮੈਟ ਜਿਹੜੇ ਸਨ ਉਹ ਗਲੀਆਂ 'ਚ ਵਿਛਾ ਦਿੱਤੇ। ਕਹਿ ਕਰ ਹਟਵਾਏ ਸਭ ਤੇਰੀ। ਪਰ ਰਾਜਾ ਜਦੋਂ ਤੰਬੂ 'ਚੋਂ ਬਾਹਰ ਨਿਕਲਿਆ, ਉਹਨੇ ਵੇਖਿਆ ਵੀ ਪਾਵੜੇ ਵਿਛੇ ਹੋਏ ਨੇ ਪੈਰਾਂ ਦੇ ਥੱਲੇ ਵਿਛਾਉਣ ਵਾਲੇ। ਉਹਨੇ ਕਿਹਾ ਚੁੱਕ ਦਿਓ, ਮੈਂ ਗੁਰੂ ਮਹਾਰਾਜ ਦੇ ਦਰਬਾਰ 'ਚ ਜਾ ਰਿਹਾ, ਉੱਥੇ ਮੈਂ ਕਿਸੇ ਹੰਕਾਰ ਨਾਲ ਨਹੀਂ ਜਾਣਾ। ਮੈਂ ਨਿਮਾਣਾ ਸੇਵਕ ਬਣ ਕੇ ਉਹਨਾਂ ਤੋਂ ਦਾਤ ਲੈਣੀ ਹੈ, ਬਖਸ਼ਿਸ਼ ਲੈਣੀ ਹੈ। ਰਾਜੇ ਨੇ ਚੁਕਵਾ ਦਿੱਤੇ ਹਨ, ਪਾਵੜੇ ਇਕੱਠੇ ਕਰਵਾ ਦਿੱਤੇ ਹਨ। ਦੇਖ ਦੂਰ ਤੇ ਰੂਪ ਕਿਰਪਾਲਾ। ਤੇ ਦੂਰੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਦੀ ਝਲਕ ਪਈ ਹੈ। ਬਾਹਲੇ ਹੀ ਸੁੰਦਰ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਬੜੇ ਸੋਹਣੇ ਸਰੂਪ ਵਾਲੇ ਸਨ, ਬਲੀ ਸਨ, ਜਵਾਨ ਸਨ, ਉਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਵੀ 6.5 ਫੁੱਟ ਤੋਂ ਉੱਚਾ ਕੱਦ ਸੀਗਾ ਤੇ ਅੰਗ ਅੰਗ ਬੜਾ ਮਹਾਰਾਜ ਦਾ ਸੁਡੌਲ, ਬੜਾ ਮਜ਼ਬੂਤ ਤੇ ਸਰੀਰ ਕਮਾਇਆ ਹੋਇਆ ਕਸਰਤ ਕਰਕੇ ਜਿਵੇਂ ਹੁੰਦਾ। ਮਹਾਰਾਜ ਜੰਗ ਦੇ ਵੀ ਧਨੀ ਸਨ, ਸ਼ਸਤਰ ਵਿੱਦਿਆ ਦੇ ਵੀ, ਸ਼ਿਕਾਰ ਵੀ ਰੋਜ਼ ਖੇਡਣ ਜਾਂਦੇ ਸਨ। ਜਿੱਥੇ ਪਰਮੇਸ਼ਰ ਦੀ ਬਾਣੀ ਦਾ ਅਭਿਆਸ ਕਰਦੇ ਸਨ, ਉੱਥੇ ਸ਼ਸਤਰਾਂ ਦਾ ਵੀ ਅਭਿਆਸ ਬਹੁਤ ਜ਼ਿਆਦਾ ਕਰਦੇ ਸਨ। ਇਸ ਕਰਕੇ ਸਤਿਗੁਰੂ ਦੀ ਝਲਕ ਹੀ ਬੜੀ ਨਿਰਾਲੀ ਸੀ। ਮਹਾਰਾਜ ਦਾ ਸੋਹਣਾ ਸੁੰਦਰ ਸਰੂਪ ਰਾਜੇ ਨੂੰ ਦੂਰੋਂ ਹੀ ਦਰਸ਼ਨ ਹੋਇਆ ਹੈ। ਹਾਥ ਜੋੜ ਕਰ ਨਮਰੀ ਭਾਲਾ। ਤੇ ਉੱਥੋਂ ਹੀ ਨਾ ਰਾਜੇ ਨੇ ਦੂਰੋਂ ਹੀ ਹੱਥ ਜੋੜ ਕੇ ਮੱਥਾ ਝੁਕਾਇਆ ਚਰਨਾਂ ਵੱਲ, ਦੂਰੋਂ ਹੀ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਸ਼ਰਨ ਸ਼ਰਨ ਮੁਖ ਬੋਲਤ ਬਾਣੀ। ਹੇ ਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਇਉਂ ਕਹਿੰਦਾ ਆਇਆ ਹੈ। ਧਰਿਓ ਚਰਨ ਸਿਰ ਬੰਧਨ ਠਾਨੀ। ਆ ਕੇ ਮੱਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਧਰ ਦਿੱਤਾ ਹੈ, ਸੀਸ ਝੁਕਾ ਕੇ ਮੱਥਾ ਟੇਕਿਆ ਹੈ। ਦਾਸ ਪਰਿਓ ਰਾਵਰ ਦਰਬਾਰ। ਤੇ ਰਾਜਾ ਬਿਸ਼ਨ ਸਿੰਘ ਕਹਿੰਦਾ, ਹੇ ਸੱਚੇ ਪਾਤਸ਼ਾਹ ਜੀ, ਦਾਸ ਬਿਸ਼ਨ ਸਿੰਘ ਤੁਹਾਡਾ ਸੇਵਕ ਹੈ,
ਤੁਹਾਡੇ ਚਰਨਾਂ 'ਚ ਹਾਜ਼ਰ ਹੈ ਮਹਾਰਾਜ, ਤੁਹਾਡੇ ਚਰਨਾਂ ਦਾ ਓਟ ਆਸਰਾ ਲਿਆ ਹੈ। ਮਮ ਪੁਜ ਗਹੀਐ ਹਾਥ ਪਸਾਰ। ਇਹ ਸਤਿਗੁਰੂ ਆਪ ਕਿਰਪਾ ਕਰੋ, ਮੇਰੀ ਬਾਂਹ ਫੜ ਲਓ ਹੁਣ। ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਰੱਖੋ ਤੇ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਸ਼ਰਨ ਪਿਆਂ ਦੀ ਲਾਜ ਰੱਖ ਲੋ। ਸਭ ਸਤਿਗੁਰ ਦੇ ਧੀਰ ਬਿਠਾਇਓ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਜੇ ਨੂੰ ਹੌਸਲਾ ਦਿੱਤਾ, ਇਸ਼ਾਰਾ ਕੀਤਾ ਬੈਠ ਜਾ। ਹੌਸਲਾ ਦੇ ਕੇ ਰਾਜੇ ਨੂੰ ਆਪਣੇ ਚਰਨਾਂ 'ਚ ਬਿਠਾਇਆ ਹੈ। ਗੁਰ ਘਰ ਤੇ ਸਿੱਖ ਸਭ ਕਿਛ ਪਾਇਓ। ਮਹਾਰਾਜ ਕਹਿੰਦੇ ਦੇਖੋ ਭਾਈ ਬਿਸ਼ਨ ਸਿੰਘ ਜੀ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਇੱਥੋਂ ਜੋ ਵੀ ਕੁਛ ਮੰਗੋ ਉਹੀ ਮਿਲ ਜਾਂਦਾ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸਾਰੀਆਂ ਮਨੌਤਾਂ ਇੱਥੇ ਪੂਰੀਆਂ ਹੁੰਦੀਆਂ ਨੇ। ਦੇਸ਼ ਕਾਮਰੂ ਵਿਜੈ ਉਪਾਏ। ਤੂੰ ਕਾਮਰੂ ਦੇਸ਼ ਫਤਿਹ ਕਰਨਾ ਚਾਹੁੰਦਾ ਨਾ, ਤੈਨੂੰ ਕਾਮਰੂ ਦੇਸ਼ ਲੈ ਦਿਆਂਗੇ, ਉਹ ਫਤਿਹ ਕਰ ਦਿਆਂਗੇ ਤੇਰਾ ਮੋਰਚਾ। ਆਪ ਹੋ ਗਏ ਬੜ ਜਸ ਉਪਜਾਏ। ਸਤਿਗੁਰੂ ਕਹਿੰਦੇ ਬੜਾ ਜਸ ਲੈ ਕੇ ਆਵੇਂਗਾ, ਬੜਾ ਜਸ ਹੋਏਗਾ, ਬੜੀ ਮਹਿਮਾ ਹੋਵੇਗੀ ਤੇਰੀ। ਨਾਲੇ ਤੂੰ ਜੰਗ ਫਤਿਹ ਕਰਕੇ ਆਵੇਂਗਾ, ਜਿੱਤ ਕੇ ਆਵੇਂਗਾ, ਤੇ ਨਾਲੇ ਆਪਣੇ ਘਰ ਦੇ ਵਿੱਚ ਸੁੱਖ ਨਾਲ ਵਸੇਗਾ। ਜਗ ਮਹਿ ਅਸ ਕਾਰਜ ਨਹਿ ਕੋਏ। ਮਹਾਰਾਜ ਕਹਿੰਦੇ ਜਗਤ 'ਚ ਐਸਾ ਕੋਈ ਕੰਮ ਨਹੀਂ, ਐਸਾ ਕੋਈ ਕਾਰਜ ਨਹੀਂ ਹੈ ਪੂਰਨ ਨਹਿ ਸਤਿਗੁਰ ਤੇ ਹੋਏ। ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਪੂਰਾ ਨਾ ਹੋਵੇ। ਮਨ ਨਿਸ਼ਚੈ ਤਰ ਚਿੰਤ ਨਿਵਾਰੋ। ਮਨ ਦੇ ਵਿੱਚ ਵਿਸ਼ਵਾਸ ਰੱਖੋ, ਨਿਸ਼ਚਾ ਰੱਖੋ, ਚਿੰਤਾ ਛੱਡ ਦਿਓ ਰਾਜਾ ਜੀ। ਸ੍ਰੀ ਨਾਨਕ ਕੋ ਨਾਮ ਚਿਤਾਰੋ। ਤੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਜਪੋ। ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਦਾ ਜਾਪ ਕਰੋ। ਕਰੋ ਤਿਹਾਵਲ ਕੋ ਸਮੁਦਾਏ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰੋ। ਗੁਰੂ ਸਾਹਿਬ ਦੇ ਖੁਸ਼ੇ ਲੈਣੇ ਹੈ ਗੁਰੂ ਨਾਨਕ ਦੇਵ ਜੀ ਦੇ, ਤਾਂ ਉਹਨਾਂ ਦੀ ਜਿਹੜੀ ਦੇਗ ਪ੍ਰਵਾਨ ਹੈ ਉਹਨਾਂ ਨੂੰ ਭੇਟਾ ਕਰੋ। ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਵਾਨ ਹੁੰਦੀ ਹੈ, ਉਹਦੇ ਭੋਗ ਲਵਾਓ ਗੁਰੂ ਸਾਹਿਬ ਨੂੰ, ਤੇ ਫਿਰ ਗੁਰੂ ਸਾਹਿਬ ਕਿਰਪਾ ਕਰਨਗੇ। ਸਿੱਖ ਸੰਗਤ ਮੈਂ ਤਿਹੁ ਤੇ ਵਰਤਾਏ। ਗੁਰੂ ਨਾਨਕ ਸਾਹਿਬ ਛਕਣਗੇ ਕਿੱਥੇ? ਸੰਗਤ ਵਿੱਚ। ਸੰਗਤ ਨੂੰ ਮਹਾਰਾਜ ਜੀ ਨੂੰ ਦੇਗ ਛਕਾਓਗੇ ਤੇ ਉਹ ਗੁਰੂ ਨਾਨਕ ਸਾਹਿਬ ਹੀ ਛਕਣਗੇ। ਕਰੋ ਕਾਮਨਾ ਮਨ ਮਹਿ ਜੋਏ। ਤੇ ਜਦੋਂ ਸੰਗਤ ਦੇਗਾਂ ਛਕ ਲਵੇਗੀ, ਫਿਰ ਜਿਹੜਾ ਵੀ ਤੁਹਾਡੇ ਮਨ ਦਾ ਕੋਈ ਫੁਰਨਾ ਹੋਵੇਗਾ, ਦੇਸ਼ ਕਾਮਰੂ ਕੀ ਜੈ ਹੋਏ। ਉਹ ਪੂਰਾ ਹੋ ਜਾਏਗਾ। ਕਾਮਰੂ ਦੇਸ਼ ਫਤਿਹ ਕਰਨਾ ਚਾਹੁੰਦੇ ਹੋ ਨਾ, ਉਹ ਫਤਿਹ ਹੋ ਜਾਏਗਾ। ਸਿਮਰੋ ਸਤਿਗੁਰ ਪੂਰਹਿ ਸਾਰੀ। ਤੁਸੀਂ ਗੁਰੂ ਨਾਨਕ ਦੇਵ ਨੂੰ ਯਾਦ ਕਰੋ, ਤੁਹਾਡੀਆਂ ਸਾਰੀਆਂ ਕਾਮਨਾ ਪੂਰੀਆਂ ਕਰਨਗੇ। ਔਰ ਤੇ ਸੰਸੈ ਦੇਹੋ ਬਿਦਾਰੀ। ਮਨ ਵਿੱਚ ਸੰਸਾ ਨਾ ਰੱਖੋ ਕੋਈ ਵੀ। ਹਾਥ ਜੋੜ ਕਰ ਭੂਪ ਸੁਨਾਵਾ। ਹੱਥ ਜੋੜ ਕੇ ਰਾਜੇ ਨੇ ਬੇਨਤੀ ਕੀਤੀ। ਮੋਹਿ ਭਰੋਸੋ ਪੂਰਬ ਆਵਾ। ਮਹਾਰਾਜ ਭਰੋਸਾ ਤਾਂ ਮੈਨੂੰ ਪਹਿਲਾਂ ਹੀ ਆ ਚੁੱਕਾ ਹੈ, ਮੈਨੂੰ ਨਿਸ਼ਚਾ ਹੈ। ਮੇਰੇ ਮਾਤਾ ਜੀ ਨੇ ਵੀ ਦੱਸੀ ਗੱਲ ਵੀ ਤੁਸੀਂ 52 ਰਾਜੇ ਛੁਡਾ ਕੇ ਲਿਆਂਦੇ ਸੀ ਤੁਹਾਡੇ ਪਿਤਾ ਜੀ ਨੇ, ਤੇ ਤੁਸੀਂ ਤੇ ਸਰਬ ਕਲਾ ਸਮਰੱਥ ਹੋ ਮਹਾਰਾਜ, ਤੇ ਤੁਹਾਡੇ ਹੁੰਦਿਆਂ ਸਾਨੂੰ ਦੁਸ਼ਮਣ ਦਾ ਕੋਈ ਖਤਰਾ ਨਹੀਂ ਹੈ। ਇਸੇ ਵਿਸ਼ਵਾਸ ਨਾਲ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਸੁਨਿਓ ਸੁਭਾਅ ਦਾ ਉਪਕਾਰੀ। ਜਦੋਂ ਆਪ ਜੀ ਦਾ ਪਰਉਪਕਾਰੀ ਸੁਭਾਅ ਸੁਣਿਆ ਗੁਰੂ ਜੀ, ਚਹਿਓ ਸ਼ਰਨ ਮੈਂ ਪਰਨ ਤੁਮਾਰੀ। ਮੈਂ ਮਹਾਰਾਜ ਤੁਹਾਡੀ ਸ਼ਰਨ ਪੈਣਾ ਸੋਚਿਆ ਵੀ ਆਪ ਜੀ ਦਿਆਲੂ ਕਿਰਪਾਲੂ, ਆਪਣੇ ਸ਼ਰਨ ਆਏ ਦੀ ਆਪ ਜੀ ਪਿੱਠ ਨਹੀਂ ਲੱਗਣ ਦਿੰਦੇ, ਆਪ ਹਾਰ ਨਹੀਂ ਹੋਣ ਦਿੰਦੇ। ਮਿਸ ਮੋਹਿਮ ਕੇ ਜਾਗੇ ਭਾਗ। ਮਹਾਰਾਜ ਇਹ ਮੁਹਿੰਮ ਦਾ ਤੇ ਬਹਾਨਾ ਹੀ ਬਣਿਆ। ਅਸਲ 'ਚ ਮੈਨੂੰ ਤੁਹਾਡੀ ਸੰਗਤ ਕਰਨ ਦਾ ਮੌਕਾ ਮਿਲਿਆ। ਕਿਉਂ ਸਮਾਂ ਤੁਸੀਂ ਮਹਾਰਾਜ ਮੇਰੇ ਨਾਲ ਰਹੋਗੇ ਤੇ ਮੈਂ ਤੁਹਾਡੇ ਨਾਲ ਰਵਾਂਗਾ, ਮੇਰਾ ਜੀਵਨ ਸਫਲ ਹੋ ਜਾਏਗਾ। ਮਹਾਂਪੁਰਸ਼ਾਂ ਦੀ ਸੰਗਤ ਬਹੁਤ ਦੁਰਲਭ ਹੁੰਦੀ ਹੈ, ਖਾਸ ਕਰਕੇ ਰਾਜਿਆਂ ਮਹਾਰਾਜਿਆਂ ਨੂੰ ਮੌਕਾ ਨਹੀਂ ਮਿਲਦਾ ਸੰਤਾਂ ਦੇ ਨਾਲ ਰਹਿਣ ਦਾ। ਪਰ ਮਹਾਰਾਜ ਤੁਸੀਂ ਮੇਰੇ ਨਾਲ ਰਹੋਗੇ, ਮੈਂ ਤੁਹਾਡੇ ਨਾਲ ਰਵਾਂਗਾ ਤੇ ਮੇਰਾ ਜੀਵਨ ਸਫਲ ਹੋ ਜਾਏਗਾ। ਜਿਸ ਤੇ ਭਇਓ ਗੁਰੂ ਪਗ ਰਾਗ। ਮੈਂ ਸਮਝਦਾ ਮੇਰੇ ਕੋਈ ਪੂਰਬਲੇ ਕਰਮ ਜਾਗੇ ਨੇ ਕਿ ਗੁਰੂ ਦੇ ਚਰਨਾਂ ਨਾਲ ਪ੍ਰੇਮ ਬਣਿਆ,
ਤੁਹਾਡੇ ਘਰ ਤੇ ਮੇਰਾ ਮਨ ਟਿਕਿਆ ਹੈ, ਵਿਸ਼ਵਾਸ ਆਇਆ ਹੈ ਮੈਨੂੰ। ਇਤ ਆਦਿਕ ਨਿਰਭ ਕਹਿ ਕਰ ਬੈਨ। ਏਦਾਂ ਰਾਜੇ ਬਿਸ਼ਨ ਸਿੰਘ ਬੜੇ ਪ੍ਰੇਮ ਨਾਲ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਨੂੰ। ਵੇਖ ਗੁਰ ਕੋ ਕਰ ਸੀਤਲ ਨੈਣ। ਮਹਾਰਾਜ ਨੂੰ ਵੇਖ ਕੇ ਨੇਤਰ ਠੰਡੇ ਹੋਏ ਰਾਜੇ ਦੇ। ਬੰਧਨ ਕਰ ਡੇਰੇ ਮੈਂ ਗਇਓ। ਨਮਸਕਾਰ ਕਰਕੇ ਰਾਜਾ ਡੇਰੇ ਵਿੱਚ ਚਲਾ ਗਿਆ। ਆਤਿ ਉਤਸਵ ਆਨੰਦ ਕੋ ਕੀਓ। ਬੜਾ ਆਨੰਦ, ਰਾਜੇ ਨੇ ਬੜੇ ਉਤਸਵ ਮਨਾਏ, ਖੁਸ਼ੀਆਂ ਮਨਾਈਆਂ। ਤੋਪ ਰਹਿ ਕਲੇ ਤੁਪਕ ਜਮੂਰੇ। ਆਪਣੀ ਫੌਜ ਨੂੰ ਕਿਹਾ ਵੀ ਸ਼ਸਤਰ ਸਾਫ਼ ਕਰ ਲੋ, ਤੋਪਾਂ ਰਹਿਕਲੇ ਜਮੂਰੇ। ਕਰੀ ਸ਼ਲਖ ਰਵ ਸੁਨੀਅਤ ਦੂਰੇ। ਉਹਨੇ ਸਾਰੀਆਂ ਤੋਪਾਂ ਦੇ ਫਾਇਰ ਖੋਲੇ, ਸੋ ਖੁਸ਼ੀ ਵਿੱਚ ਬੰਦੂਕਾਂ ਚਲਾਈਆਂ, ਤੋਪਾਂ ਚਲਾਈਆਂ, ਤਾਂ ਕਿ ਕਹਿੰਦਾ ਸ਼ਸਤਰਾਂ ਦਾ ਪਤਾ ਲੱਗ ਜਾਂਦਾ ਵੀ ਸ਼ਸਤਰ ਤਿਆਰ ਬਰ ਤਿਆਰ ਨੇ। ਗੁਰੂ ਸਾਹਿਬ ਦਾ ਸਵਾਗਤ ਕਰਦਿਆਂ ਹੋਇਆਂ ਕੀਤਾ ਹੈ। ਸਭ ਮਾਨਵਪੁਰ ਪਟਣੇ ਵਾਸੀ। ਪਟਨੇ ਵਾਸੀ ਜਿੰਨੇ ਵੀ ਲੋਕ ਹਨ, ਸਤਿਗੁਰ ਕੀਰਤ ਕਰਤ ਪ੍ਰਕਾਸ਼ੀ। ਉਹ ਗੁਰੂ ਸਾਹਿਬ ਦੀ ਕੀਰਤੀ ਕਰ ਰਹੇ, ਜਸ ਕਰ ਰਹੇ ਗੁਰੂ ਮਹਾਰਾਜ ਦਾ। ਨਿਰਪ ਪ੍ਰਸੰਗ ਕੋ ਕਹੈ ਸੁਨਾਵੈ। ਰਾਜੇ ਦਾ ਪ੍ਰਸੰਗ ਕਹਿੰਦੇ ਸੁਣਾਉਂਦੇ ਹਨ। ਦੇਸ਼ ਕਾਮਰੂ ਇਹ ਸੰਗ ਜਾਵੈ। ਕਹਿੰਦੇ ਗੁਰੂ ਸਾਹਿਬ ਇਸ ਰਾਜੇ ਦੇ ਨਾਲ ਚਲੇ ਜਾਣਗੇ, ਹੁਣ ਕਾਮਰੂ ਦੇਸ਼ ਜਾਣਗੇ। ਆਗੇ ਸਤਿਗੁਰ ਹੁਤੇ ਤਿਆਰ। ਗੁਰੂ ਸਾਹਿਬ ਦੇ ਅੱਗੇ ਹੀ ਤਿਆਰ ਸੀ ਜਾਣ ਨੂੰ। ਆਏ ਸ਼ਰਨ ਇਹ ਡਰ ਔਰ ਧਾਰ। ਕਹਿੰਦੇ ਰਾਜਾ ਡਰਦਾ ਮਾਰਾ ਗੁਰੂ ਦੀ ਸ਼ਰਨ ਆ ਗਿਆ ਹੈ ਵੀ ਮਹਾਰਾਜ ਮੈਨੂੰ ਕਾਮਰੂ ਦੇਸ਼ ਦੇ ਜਾਦੂ ਤੋਂ ਬਚਾ ਲੈਣਗੇ। ਨਿਰਪ ਕੋ ਬੜੋ ਮਾਨ ਸਿੰਘ ਜੋਏ। ਕਿਉਂਕਿ ਰਾਜੇ ਬਿਸ਼ਨ ਸਿੰਘ ਦਾ ਦਾਦਾ ਜਿਹੜਾ ਮਾਨ ਸਿੰਘ ਰਾਜਾ ਹੋਇਆ, ਇਸੀ ਦੇਸ਼ ਮ੍ਰਿਤ ਪ੍ਰਾਪਤ ਹੋਏ। ਉਸੇ ਦੇਸ਼ ਵਿੱਚ ਮਰਿਆ ਸੀ। ਮੰਤਰਣ ਕੋ ਲਖ ਤਰਾਸ ਮਹਾਨਾ। ਮੰਤਰਾਂ ਦਾ, ਜਾਦੂਆਂ ਦਾ ਬੜਾ ਭਾਰੀ ਉਧਰ ਖਤਰਾ ਹੈ। ਗੁਰ ਅਲੰਬ ਤੇ ਕਹਿਤ ਪਿਆਨਾ। ਪਰ ਗੁਰੂ ਦੇ ਆਸਰੇ ਨਾਲ ਰਾਜਾ ਜਾਣਾ ਚਾਹੁੰਦਾ ਹੈ। ਬਿਸ਼ਨ ਸਿੰਘ ਪੰਚਾਮ੍ਰਿਤ ਬ੍ਰਿੰਦ। ਰਾਜੇ ਬਿਸ਼ਨ ਸਿੰਘ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਵੱਡੇ ਵੱਡੇ ਕੜਾਹੇ ਭਰਵਾ ਕੇ ਤਿਆਰ ਕਰਾਇਆ। ਸੰਗਤ ਮੈਂ ਵਰਤਾਏ ਬਿਲੰਦ। ਤੇ ਸ਼ਹਿਰ ਦੇ ਵਿੱਚ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਜੀ ਦੀਆਂ ਸੰਗਤਾਂ ਨੂੰ ਵਰਤਾਈਆਂ ਗਈਆਂ। ਸਤਿਗੁਰ ਪਦ ਪਾਹਲ ਕੋ ਲਿਓ। ਗੁਰੂ ਸਾਹਿਬ ਦੇ ਚਰਨ ਕਮਲਾਂ ਦਾ ਅੰਮ੍ਰਿਤ ਲਿਆ ਰਾਜੇ ਨੇ। ਭਇਓ ਸਿੱਖ ਕਰਤਾਰ ਸੇਓ। ਗੁਰੂ ਚਰਨਾਂ ਦੀ ਪਹੁ ਲੈ ਕੇ ਰਾਜਾ ਬਿਸ਼ਨ ਸਿੰਘ ਗੁਰੂ ਦਾ ਸਿੱਖ ਬਣਿਆ, ਕਿਰਤਾਰਥ ਹੋਇਆ ਹੈ। ਸ੍ਰੀ ਗੁਰੂ ਤੇਗ ਬਹਾਦਰ ਚੰਦ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੁਸਾਰੀ ਤਬ ਹੋਏ ਨਰਿੰਦ। ਉਹਨਾਂ ਦੀ ਆਗਿਆ ਵਿੱਚ ਰਾਜਾ ਹੋ ਗਿਆ, ਭਾਵ ਬਚਨ ਵਿੱਚ ਚੱਲਦਾ ਹੈ। ਚਹਤ ਕੂਚ ਆਗੇ ਕੋ ਕਰਿਓ। ਤੇ ਰਾਜਾ ਬਿਸ਼ਨ ਸਿੰਘ ਗੁਰੂ ਸਾਹਿਬ ਨੂੰ ਨਾਲ ਲੈ ਕੇ ਅਗਾਂਹ ਨੂੰ, ਭਾਵ ਅਸਾਮ ਦੇ ਵੱਲ ਨੂੰ ਕੂਚ ਕਰਨਾ ਚਾਹੁੰਦਾ ਹੈ। ਲਸ਼ਕਰ ਜੋਧਪੁਰ ਕੇ ਟਿਕ ਪਰਿਓ। ਉਹਦੀਆਂ ਫੌਜਾਂ, ਉਹਦੇ ਲਸ਼ਕਰ, ਸਾਧ ਸੰਗਤ ਜੀ ਪਟਨੇ ਸਾਹਿਬ ਗੰਗਾ ਦੇ ਕਿਨਾਰੇ ਦੂਰ ਦੂਰ ਤੱਕ ਛਾਉਣੀਆਂ ਪਾਈ ਬੈਠੇ ਨੇ। ਤੇ ਹੁਣ ਮਹਾਰਾਜ ਉਹਨੂੰ ਲੈ ਕੇ ਅਗਾਂਹ ਨੂੰ ਚਾਲਾ ਪਾਉਣਗੇ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ